ਵਿਛੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹੈ ਆਪਣੇ ਭਾਈ ਸਭ ਦੇ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਧੰਨ 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 ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੱਚੇ ਪਾਤਸ਼ਾਹ ਜੀ ਨੇ ਸਿੰਘਾਸਨ ਸਾਹਿਬਾਂ ਤੇ ਸੁਸ਼ੋਭਿਤ ਹੋ ਦਰਸ਼ਨ ਦੀਦਾਰ ਸੇਵਾ ਸੰਭਾਲ ਅੰਮ੍ਰਿਤ ਗੁਰਬਾਣੀ ਨਿਤਨੇਮ ਮੂਰੀ ਪਾਠ ਜਾਪ ਬਖਸ਼ਿਸ਼ ਕੀਤੇ ਹੈ। ਅੱਜ ਸੰਕਰਾਂਤ ਦੇ ਪੁਰਬ ਹੈ ਅਤੇ ਅੱਜ ਗੁਰੂ ਕੇ ਸਾਜੇ ਨਵਾਜੇ ਖਾਲਸੇ ਪੰਥ ਦਾ ਜਨਮ ਦਿਹਾੜਾ ਹੈ। ਸਤਿਗੁਰ ਕੇ ਜਨਮੇ ਗਗਨ ਵਟਾਇਆ। ਗੁਰੂ ਕਲਗੀਧਰ ਪਿਤਾ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਗੁਰੂ ਨਾਨਕ ਨਿਰਮਲ ਪੰਥ ਚਲਾਇਆ। ਉਹ ਨਿਰਮਲ ਪੰਥ ਨੂੰ ਨਿਰਮਲ ਮਰਜ਼ਾਦਾ ਦੇਣ ਵਾਸਤੇ, ਜਿਸ ਮਰਜ਼ਾਦਾ ਵਿੱਚ ਕਿਸੇ ਪ੍ਰਕਾਰ ਦੀ ਕੋਈ ਮੈਲ ਨਹੀਂ ਹੈ ਅਤੇ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਰਾਲਾ। ਜੋ ਸ਼ਬਦ ਦੀ ਵਡਿਆਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਧਾਂ ਤੇ ਵਰਤਾ ਕੇ ਗੜ ਬਗਦਾਦ ਨਵਾਏ ਕੈ ਤੇ ਐਸੇ ਪਰਮੇਸ਼ਵਰ ਸਤਿਗੁਰੂ ਨਾਨਕ ਦੇਵ ਨਿਰੰਕਾਰ ਸੱਚੇ ਪਾਤਸ਼ਾਹ ਜੀ ਨੇ ਜੋ ਸਿੱਧਾਂ ਤੇ ਵੀ ਸ਼ਬਦ ਦੁਆਰਾ ਜਦੋਂ ਸਿੱਧਾਂ ਬੇਨਤੀ ਕੀਤੀ, ਮਹਾਰਾਜ ਕਿਹੜੀ ਕਲਾ ਆਪ ਜੀ ਚ ਹੈ ਐਸੀ, ਤਾਂ ਮਹਾਰਾਜ ਪਾਤਸ਼ਾਹ ਜੀ ਨੇ ਅੰਮ੍ਰਿਤ ਗੁਰਬਾਣੀ ਸ਼ਬਦ ਜਦੋਂ ਬਖਸ਼ਿਸ਼ ਕੀਤੇ, ਸਿੱਧ ਮਹਾਰਾਜ ਦੇ ਚਰਨਾਂ 'ਚ ਆਪੋ ਆਪਣਾ ਸੰਕਾ ਵੀ ਦੱਸ ਰਹੇ ਹੈ। ਪਾਤਸ਼ਾਹ ਜੀ ਨੇ ਸਭ ਸੰਕੇ ਨਿਰਵਿਰਤ ਕੀਤੇ, ਅਖੀਰ ਤੇ ਮਹਾਰਾਜ ਦੇ ਚਰਨੀ ਲੱਗ ਗਏ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਐਦਾਂ ਮਹਾਰਾਜ ਦੀ ਵਡਿਆਈ ਗਾਈ ਸਿੱਧਾਂ ਨੇ ਵੀ। ਐਸੇ ਪਰਮੇਸ਼ਵਰ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਰਾਲਾ, ਆਪਣਾ ਨਰਾਲਾ ਪੰਥ ਕੀਤਾ। ਤੇ ਸਾਹਿਬ ਗੁਰੂ ਕਲਗੀਧਰ ਪਿਤਾ ਜੀ ਨੂੰ ਜੋ ਅਕਾਲ ਪੁਰਖ ਵਾਹਿਗੁਰੂ ਨੇ ਮੈਂ ਆਪਣਾ ਸੁਤ ਤੋਹੇ ਨਵਾਜਾ, ਪੰਥ ਪ੍ਰਚਰ ਕਰਬੇ ਕਹੋ ਸਾਜਾ। ਐ ਦੁਸ਼ਟ ਦਮਨ, ਅਸੀਂ ਤੈਨੂੰ ਆਪਣਾ ਪੁੱਤਰ ਨਵਾਜ ਕੇ ਪੰਥ ਦਾ ਪ੍ਰਚਾਰ ਕਰਨ ਵਾਸਤੇ ਸਾਜ ਰਹੇ ਹਾਂ। ਕਿਹੜਾ ਪੰਥ? ਜਿਹੜਾ ਪੰਥ ਸਤਿਗੁਰੂ ਨਾਨਕ ਪਾਤਸ਼ਾਹ ਜੀ ਪਰਮੇਸ਼ਵਰ ਨੇ ਚਲਾਇਆ, ਉਹਦਾ ਪ੍ਰਚਾਰ ਕਰਨ ਵਾਸਤੇ। ਤੇ ਉਹਦਾ ਪ੍ਰਚਾਰ ਅੰਮ੍ਰਿਤ ਕੇ ਦਾਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਿਤਾ ਜੀ ਨੇ ਅੱਜ ਦੇ ਦਿਨ ਖੰਡਾ ਖੜਕਾ ਕੇ ਖੰਡੇ ਵਾਟੇ ਦਾ ਅੰਮ੍ਰਿਤ ਤਿਆਰ ਕਰ ਤੇ ਸਤਿਗੁਰ ਕੇ ਜਨਮੇ ਗਗਨ ਵਟਾਇਆ, ਅਵਲਾਖੀਆਂ ਦਾ 84 ਚੱਕਰ ਮੇਟਤਾ। ਉਹ ਅੱਜ ਦਾ ਖਾਲਸੇ ਦਾ ਜਨਮ ਦਿਹਾੜਾ ਹੈ। ਸਰਬੱਤ ਸੰਗਤਾਂ ਨੂੰ ਕੋਟਾਨ ਕੋਟ ਵਾਰ ਲੱਖ 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 ਵਧਾਈ ਹੋਵੇ ਭਾਈ। ਅੱਜ ਸੰਕਰਾਂਤ ਦੇ ਪੁਰਬਾਂ ਤੇ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਸਦਕਾ 12 ਮਾਹਾਂ ਦੇ ਜਾਪ ਸਰਵਣ ਕੀਤੇ ਹੈ ਅਤੇ ਜੋ ਸੱਚੇ ਪਾਤਸ਼ਾਹ ਜੀ ਨੇ 12 ਮਾਹਾਂ ਦੁਆਰਾ
ਸ੍ਰੀ ਮੁਖਵਾ ਕੁਝ ਟਾਈਮ ਆਪਾਂ ਮਨ ਦੀਆਂ ਬਿਰਤੀਆਂ ਇਕਾਗਰ ਕਰ ਸਤਿਗੁਰਾਂ ਦੀ ਸਿਫਤ ਸਲਾਹ ਜਸ ਵਡਿਆਈ ਨਾਲ ਜੁੜ ਆਪਣੇ ਮਨੁੱਖਾ ਜਨਮ ਦਾ ਕੁਝ ਟਾਈਮ ਸਫਲ ਬਣਾਈਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵੈਸਾਖ ਧੀਰਨ ਕਿਉ ਵਾਂਢੀਆ ਜਿਨਾ ਪ੍ਰੇਮ ਵਿਸ਼ੋਹ। ਵੈਸਾਖ ਧੀਰਨ ਕਿਉ ਵਾਢੀਆ। ਸਾਹਿਬ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਮਹੀਨਾ ਆਪਣੇ ਮੁਖਾਰ ਬਿੰਦ ਤੋਂ ਬਖਸ਼ਿਸ਼ ਕਰਕੇ ਸਫਲ ਕੀਤਾ। ਵੈਸਾਖ ਧੀਰਨ ਕਿਉਂ ਵਾਢੀਆ। ਭਾਈ ਵੈਸਾਖ ਉਹਨਾਂ ਦਾ ਸਫਲ ਹੈ ਜਿਹੜੇ ਵਾਹਿਗੁਰੂ ਨਾਲ ਜੁੜੇ ਹੋਏ ਹੈ ਤੇ ਜਿਹੜੇ ਵਿਛੜੇ ਹੈ। ਪਾਤਸ਼ਾਹ ਜੀ ਕਹਿੰਦੇ ਜਿਹੜੇ ਵਿਛੜੇ ਆ ਭਾਈ ਧੀਰਨ ਕਿਉਂ ਵਾਢੀਆ। ਉਹਨਾਂ ਵਿਛੜਿਆਂ ਨੂੰ ਧੀਰਨ ਕਿਉਂ, ਧੀਰਜ ਕਿਵੇਂ ਆ ਸਕਦਾ ਹੈ। ਇਹ ਜੀਵਨ ਦੇ ਵਿੱਚ ਇਹ ਵੈਸਾਖ ਦੇ ਮਹੀਨੇ ਵਿੱਚ ਉਹਨਾਂ ਨੂੰ ਕਿਉਂ ਧੀਰਜ, ਕਿਵੇਂ ਧੀਰਜ ਆ ਸਕਦਾ ਹੈ। ਜੋ ਵਿਛੜ ਗਏ ਆ ਭਾਈ ਇਸ ਦਰ ਤੋਂ, ਦੂਰ ਹੋ ਗਏ ਆ ਇਸ ਦਰ ਤੋਂ, ਵਾਹਿਗੁਰੂ ਦੀ ਬੰਦਗੀ ਤੋਂ, ਵਾਹਿਗੁਰੂ ਦੇ ਸਿਮਰਨ ਤੋਂ। ਧੀਰਨ ਕਿਉਂ, ਕਾਹਦਾ ਧੀਰਜ। ਉਹ ਤਾਂ ਐਦਾਂ ਰੁਲਦੇ ਫਿਰਦੇ ਆ ਸੰਗਤ ਜੀ ਜਿਹੜਾ ਵਿਛੜ ਗਿਆ ਇੱਥੋਂ। ਅੰਮ੍ਰਿਤ ਗੁਰਬਾਣੀ ਅੰਦਰ ਮਹਾਵਾਕ ਹੈ ਪਾਤਸ਼ਾਹ ਜੀ ਦਾ ਕਿ ਭਾਈ ਖੱਖੜੀਆਂ ਸੁਹਾਵੀਆਂ ਲੱਗੜੀਆਂ ਅਕ ਕੰਠ ਵਿਰਹਿ ਵਿਛੋੜਾ ਧਣੀ ਸਿਓ ਨਾਨਕ ਸਹਿਸੈ ਗੰਠ। ਅੱਕ ਨੂੰ ਖੱਖੜੀਆਂ ਇੱਕ ਅੰਬੀਆਂ ਜਿਹੀਆਂ ਲੱਗਦੀਆਂ ਹੁੰਦੀਆਂ, ਉਹ ਬੜੀਆਂ ਸੁੰਦਰ ਲੱਗਦੀਆਂ, ਆਕਾਰ ਬੜਾ ਸੁੰਦਰ ਹੁੰਦਾ ਹੈ, ਹਰਾ ਰੰਗ ਹੁੰਦਾ, ਦੇਖਣ ਨੂੰ ਭਾਈ ਮਨ ਭਾਉਂਦੀਆਂ, ਸ਼ੋਭਨੀਕ ਹੈ। ਉਹਨਾਂ ਟਾਈਮ ਸ਼ੋਭਨੀਕ ਹੈ। ਪਾਤਸ਼ਾਹ ਜੀ ਕਹਿੰਦੇ ਲੱਗੜੀਆਂ ਅੱਕ ਕੰਠ ਜਿੰਨਾ ਚਿਰ ਉਹ ਅੱਕ ਦੇ ਕੰਠ ਕਈ ਗਲੇ ਲੱਗੀਆਂ ਹੋਈਆਂ, ਜਿੰਨਾ ਚਿਰ ਸਾਖ ਨਾਲ ਜੁੜੀਆਂ ਹੋਈਆਂ, ਟਾਹਣੀ ਨਾਲ ਜੁੜੀਆਂ ਹੋਈਆਂ, ਉਹਨਾਂ ਚਿਰ ਉਹ ਭਾਈ ਸੁਹਾਵਣੇ ਸੋਹਣੀਆਂ। ਪਰ ਜਦੋਂ ਉਹ ਆਪਣੇ ਜੀਵਨ ਦਾਨ ਦੇਣ ਵਾਲੇ ਤੋਂ ਟੁੱਟ ਜਾਂਦੀਆਂ ਤਾਂ ਉਦੋਂ ਭਾਈ ਪਾਤਸ਼ਾਹ ਜੀ ਦੇ ਮਹਾਵਾਕ ਹੈ ਬਿਰਹਿ ਵਿਛੋੜਾ ਧਣੀ ਸਿਓ। ਜਦੋਂ ਆਪਣੇ ਧਣੀ ਮਾਲਕ ਸਿਓ ਨਾਲੋਂ ਉਹਨਾਂ ਦਾ ਵਿਰਹਿ ਵਿਛੋੜਾ, ਵਿਯੋਗ ਵਿਛੋੜਾ ਹੋ ਜਾਂਦਾ ਹੈ ਤਾਂ ਨਾਨਕ ਸਹਿਸੈ ਗੰਠ। ਫਿਰ ਭਾਈ ਉਹ ਹਜ਼ਾਰਾਂ ਹੀ ਫੰਬੇ ਹੋ ਕੇ ਉੱਡ ਜਾਂਦੀਆਂ, ਹਜ਼ਾਰਾਂ ਹੀ ਫੰਬੇ ਬਣ ਕੇ ਉੱਡ ਜਾਂਦੀਆਂ, ਫਿਰ ਤੂੰਬਾ ਤੂੰਬਾ ਹੋ ਜਾਂਦੀਆਂ, ਉਹ ਭਰਮਦੀਆਂ ਫਿਰਦੀਆਂ, ਭੜਕਦੀਆਂ ਫਿਰਦੀਆਂ। ਐਦਾਂ ਭਾਈ ਜਿਹੜੇ ਇਸ ਦਰ ਤੋਂ ਵਿਛੜ ਗਏ ਉਹ ਭਾਈ ਆਏ ਜਿਵੇਂ ਉਹ ਰੇਂਜਾ ਰੇਂਜਾ ਹੋ ਕੇ ਉੱਡ ਜਾਂਦੀ ਹੈ ਅੱਕ ਦੀ ਖੱਖੜੀ। ਐਦਾਂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਦੇਹ, ਉਹਨਾਂ ਦੀ ਬੁੱਧ, ਉਹਨਾਂ ਦਾ ਮਨ ਵਿਸ਼ੇ ਵਿਕਾਰਾਂ ਅੰਦਰ ਖੁਆਰ ਹੁੰਦਾ ਹੈ ਭਾਈ। ਐਦਾਂ ਉਹਨਾਂ ਦੀ ਦੇਹ ਜੂਨੀਆਂ ਦੇ ਵਿੱਚ ਖੁਆਰ ਹੁੰਦੀ ਹੈ ਭਾਈ ਜੋ ਵਿਛੜੇ ਹੋਏ ਹੈ। ਤਾਂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਵੈਸਾਖ ਧੀਰਨ ਕਿਉਂ ਵਾਢੀਆ। ਕਿਵੇਂ ਭਾਈ ਪਰਮੇਸ਼ਵਰ ਤੋਂ ਵਿਛੜੇ ਨੂੰ ਧੀਰਜ ਆ ਸਕਦਾ ਹੈ। ਜਿਨ੍ਹਾਂ ਪ੍ਰੇਮ ਵਿਛੋਹ, ਜਿਨ੍ਹਾਂ ਨੂੰ ਵਾਹਿਗੁਰੂ ਦੇ ਪ੍ਰੇਮ ਦਾ ਵਿਛੋਹ ਕਹੀਏ, ਵਿਛੋੜ ਹੈ। ਪ੍ਰੇਮ ਦੀ ਮਰਜ਼ਾਦਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅੰਮ੍ਰਿਤ ਕੇ ਦਾਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਿਤਾ ਜੀ ਨੇ 1699 ਵਿਸਾਖੀ ਦੇ ਜੋੜ ਮੇਲੇ ਤੇ ਗੁਰੂ ਕੀ ਸੰਗਤ ਜੁੜੀ ਹੈ ਮਹਾਰਾਜ ਦੇ ਦਰ। ਪਾਤਸ਼ਾਹ ਜੀ ਨੇ ਹੁਕਮਨਾਮੇ ਭੇਜ ਕੇ ਸੰਗਤ ਨੂੰ ਇਕੱਤਰ ਕੀਤਾ ਹੈ। ਵਿਸਾਖੀ ਦੇ ਪੁਰਬ ਤੇ ਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਤਿਆਰ ਵਰ ਤਿਆਰ ਹੋ ਪਰਮੇਸ਼ਵਰ ਦੀ ਬੰਦਗੀ ਕੀਤੀ, ਆਪਣੇ ਸਰੂਪ ਦਾ ਧਿਆਨ ਕੀਤਾ। ਉਸ ਤੋਂ ਉਪਰੰਤ ਮਹਾਰਾਜ ਪਾਤਸ਼ਾਹ ਜੀ ਸਨੱਧਬੱਧ ਹੋਏ
ਤੀਰਾਂ ਦਾ ਪੱਥਾ ਮਹਾਰਾਜ ਪਾਤਸ਼ਾਹ ਜੀ ਦੇ ਮੋਢੇ, ਕਮਾਨ ਮਹਾਰਾਜ ਪਾਤਸ਼ਾਹ ਜੀ ਦੇ ਦੂਸਰੇ ਮੋਢੇ ਤੇ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਸ੍ਰੀ ਭਗਉਤੀ ਜੀ ਸਿਮਰੀ ਹੈ ਉਹ ਗਾਤਰੇ ਪਹਿਨੀ, ਕਮਰ ਕਸਾ ਕੀਤਾ ਸਰਮਈ ਰੰਗ ਦਾ ਮਹਾਰਾਜ ਦੇ ਬਾਣਾ, ਤਿਆਰ ਵਰ ਤਿਆਰ ਹੋ ਸਾਹਿਬ ਗੁਰੂ ਕਲਗੀਧਰ ਪਿਤਾ ਜੀ ਦਮਾਲਾ, ਦਮਾਲੇ ਦੇ ਉੱਪਰ ਜਿਗਾ ਪੇਚ, ਉਹਦੇ ਉੱਪਰ ਭਾਈ ਹੀਰੇ ਮੋਤੀ ਜੜੇ, ਉਹਦੇ ਵਿੱਚ ਕਲੰਗੀ ਤੇ ਐਸੀ ਸੋਭਾ ਅੰਮ੍ਰਿਤ ਕੇ ਦਾਤੇ ਗੁਰੂ ਕਲਗੀਧਰ ਪਿਤਾ ਜੀ ਦੀ ਬਣੀ ਹੈ। ਐਦਾਂ ਮਹਾਰਾਜ ਪਾਤਸ਼ਾਹ ਜੀ ਚੱਲ ਕੇ ਦੀਵਾਨ ਵਿੱਚ ਆਏ। ਗੁਰੂ ਕੀਆਂ ਸੰਗਤਾਂ ਦਰਸ਼ਨ ਕਰਨ ਨਿਹਾਲ ਹੋ ਗਈਆਂ, ਕਰਤਾਰਥ ਹੋ ਗਈਆਂ ਤੇ ਗੁਰੂ ਕੇ ਸਿੱਖਾਂ ਨੇ ਅਰਦਾਸ ਕੀਤੀ। ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। ਕੀਰਤਨ ਤੋਂ ਬਾਅਦ ਗੁਰੂ ਕੇ ਸਿੱਖਾਂ ਅਰਦਾਸ ਕੀਤੀ, ਸੱਚੇ ਪਾਤਸ਼ਾਹ ਜੀ ਆਪ ਜੀ ਦੀ ਰਹਿਮਤ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ, ਆਪ ਜੀ ਨੇ ਸੰਗਤ ਨੂੰ ਦੀਦਾਰ ਬਖਸ਼ੇ, ਨਿਹਾਲ ਕੀਤਾ ਨਦਰੀ ਨਦਰ। ਆਪ ਜੀ ਦੀਆਂ ਸੰਗਤਾਂ ਮਹਾਰਾਜ ਬਲਖ ਬਖਾਰੇ, ਕੋਠੋਹਰ, ਜੰਮੂ ਕਸ਼ਮੀਰ ਪਵਾਈਆਂ, ਸਰਬੱਤ ਨੂੰ ਆਪਣੇ ਮੁਖਾਰ ਬਿੰਦ ਤੋਂ ਪਾਵਨ ਮਹਾਵਾਕ ਬਖਸ਼ੋ। ਨਦਰੀ ਧੰਨ ਧੰਨ ਸਤਿਗੁਰੂ ਕਲਗੀਧਰ ਦਸਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਪਾਤਸ਼ਾਹ ਜੀ ਨੇ ਸ੍ਰੀ ਜੋ 12 ਮਾਹਾਂ ਉਚਾਰਨ ਅੰਦਰ ਜੋ 12 ਮਾਹਾਂ ਉਚਾਰਨ ਕੀਤਾ, ਉਹ ਮਹਾਰਾਜ ਪਾਤਸ਼ਾਹ ਜੀ ਨੇ ਸਮੁੱਚੀ ਬਾਣੀ ਦਾ ਅਰਥ ਭਾਵ ਸੰਗਤਾਂ ਨੂੰ ਬਖਸ਼ਿਸ਼ ਕਰਨ ਨਦਰੀ ਨਦਰ ਨਿਹਾਲ ਕੀਤਾ। ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦਾ ਵਿਧੀ ਵਿਧਾਨ ਤੁਰਿਆ ਆਉਂਦਾ ਸੀ। ਗੁਰੂ ਨਾਨਕ ਦੇਵ ਨਿਰੰਕਾਰ ਪਾਤਸ਼ਾਹ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਧੁਰਕੀ ਬਾਣੀ ਅਕਾਲੀ ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ, ਜਗਤ ਜਲੰਦੇ ਨੂੰ ਉਤਾਰਿਆ, ਉਬਾਰਿਆ, ਠਾਰਿਆ, ਨਿਸਤਾਰਿਆ। ਜਿੱਥੇ ਵੀ ਕੋਈ ਸੀ ਕੌਡੇ ਰਾਖਸ਼ ਠੱਗ ਸੱਜਣ, ਉਹ ਸਭ ਨੂੰ ਭਾਈ ਸੰਤ ਰੂਹਾਂ ਬਣਾ ਦਿੱਤਾ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਬਾਰ, ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ। ਫਿਰ ਉਸ ਬਾਣੀ ਬਾਣੇ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਗੁਰੂ ਅੰਗਦ ਪਾਤਸ਼ਾਹ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਪਾਤਸ਼ਾਹ, ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ, ਮੀਰੀ ਪੀਰੀ ਦੇ ਮਾਲਕ ਬੰਦੀ ਛੋੜਦਾ ਤਾਰ ਸਤਿਗੁਰੂ ਹਰਗੋਬਿੰਦ ਸਾਹਿਬ ਅਜਾਨ ਬਾਹੋ ਸੱਚੇ ਪਾਤਸ਼ਾਹ ਜੀ, ਸਤਿਗੁਰੂ ਹਰਿਰਾਏ ਸਾਹਿਬ ਗਰੀਬ ਨਵਾਜ ਮਹਾਰਾਜ ਸਾਹਿਬ, ਸਤਿਗੁਰੂ ਹਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਗਰੀਬ ਨਵਾਜ, ਧੰਨ 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 ਧਰਮ ਰਾਖੇ ਧਰਮ ਦਾਤੇ ਸਾਹਿਬ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ, ਉਪਰੰਤ ਗੁਰੂ ਕਲਗੀਧਰ ਦਸਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਪ੍ਰਚਰ ਕਰਬਾ ਕੋ ਸਾਜਾ ਅਕਾਲ ਦੀ ਆਗਿਆ ਮੁਤਾਬਕ ਇਸ ਸੰਘਾਸਣ ਤੇ ਸੁਸ਼ੋਭਤ ਹੋਏ। ਜੋਤ ਓਹਾ ਜੁਗਤ ਸਾਈ ਸਹਿਕਾਇਆ ਫੇਰ ਪਲਟੀ ਹੈ। ਗੁਰਮਤਿ ਦਾ ਪ੍ਰਚਾਰ ਕੀਤਾ, ਬਾਣੀ ਬਾਣੇ ਦਾ ਪ੍ਰਚਾਰ ਕੀਤਾ, ਪਰਪੱਕ ਕੀਤਾ। ਉਹਨਾਂ ਗੁਰਮੁਖਾਂ ਦੇ ਅੰਦਰ ਜੋ ਗੁਰੂ ਨਾਨਕ ਨਾਮ ਲੇਵਾ ਸਨ, ਉਹਨਾਂ ਅੰਦਰ ਪਕਿਆਈ ਕੀਤੀ ਗੁਰਮਤਿ ਗੁਰਸਿੱਖੀ ਦੀ, ਔਰ ਉਹਨਾਂ ਨੂੰ ਨਿਰਭਉ ਨਿਰਵੈਰ ਕਰ ਦਿੱਤਾ। ਜੇ ਕੋਈ ਚੜ੍ਹ ਕੇ ਆਇਆ ਉਸ ਦੇ ਸਾਹਮਣੇ ਉਹੋ ਜਿਹਾ ਭਾਈ ਜਵਾਬ ਦੇਣ ਦੇ ਸਮਰੱਥ ਕਰ ਦਿੱਤਾ। ਐਸੀ ਮਰਜ਼ਾਦਾ ਗੁਰੂ ਕਲਗੀਧਰ ਪਿਤਾ ਜੀ ਨੇ ਆਪ ਪਾਤਸ਼ਾਹ ਜੀ ਨੇ ਸਨਮੁਖ ਹੋ ਕੇ ਨਿਭਾਈ। ਐਦਾਂ ਉਹ ਮਰਜੀਵੜੇ ਜਿਨ੍ਹਾਂ ਨੂੰ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਤਲੀ ਤੇ ਰੱਖਿਆ। ਜਿਨ੍ਹਾਂ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਜਿਨ੍ਹਾਂ ਦੇ ਮਨ 'ਚ ਧਰਮ ਯੁੱਧ ਕੇ ਚਾਓ ਦੀ ਭਾਵਨਾ ਠਾਠਾ ਮਾਰਨ ਲੱਗੀ ਤੇ ਧਰਮ ਯੁੱਧ ਵਾਸਤੇ ਮਰਨਾ ਕਬੂਲ ਕਰ ਲਿਆ। ਮੋਹੇ ਮਰਨੇ ਕਾ ਚਾਓ ਹੈ ਦੇ ਫੁਰਨੇ ਲੈਣ ਲੱਗ ਪਏ, ਐਸੇ ਸੁਪਨੇ ਲੈਣ ਲੱਗ ਪਏ ਤੇ ਮਰੋ ਤਾਂ ਹਰ ਕਾ ਦੁਆਰ। ਜਿੱਦਾਂ ਮਰੀਏ ਉਹਦੇ ਗੁਰੂ ਘਰ ਦੇ ਲੇਖੇ ਲੱਗੀਏ, ਉਹਦੇ ਹਰੀ ਦੇ ਦੁਆਰ ਤੇ ਮਰੀਏ, ਉਹਦੇ ਭਾਈ ਵਾਹਿਗੁਰੂ ਵਾਹਿਗੁਰੂ ਕਰਦੇ ਮਰੀਏ, ਉਹਦੇ ਗੁਰੂ ਵਾਲੇ ਬਣ ਕੇ ਮਰੀਏ। ਐਦਾਂ ਭਾਈ ਉਹ ਗੁਰੂ ਕੇ ਸਿੱਖ ਆਪਣੇ ਸੰਕਲਪ ਪੈਦਾ ਕਰਨ ਲੱਗ ਗਏ, ਆਪਣੀ ਐਸੀ ਭਾਵਨਾ ਪੈਦਾ ਕਰ ਗਏ ਤੇ ਐਸੇ ਅੰਮ੍ਰਿਤ ਕੇ ਦਾਤੇ ਗੁਰੂ ਕਲਗੀਧਰ ਪਿਤਾ ਜੀ ਨੇ ਵਿਸਾਖੀ ਦੇ ਦਿਹਾੜੇ ਤੇ ਉਹ ਨਾਨਕ ਨਾਮ ਲੇਵਾ 80,000 ਦੇ ਇਕੱਠ ਨੂੰ ਸ੍ਰੀ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ, ਇਸ ਪਾਵਨ ਧਰਤੀ ਨੂੰ ਭਾਗ ਲਾਉਣ ਵਾਸਤੇ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਜਦੋਂ ਸੰਗਤਾਂ ਨੇ ਬੇਨਤੀ ਕੀਤੀ, ਮੇਵੜੇ ਸਿੱਖ ਨੇ, ਮਹਾਰਾਜ ਹੁਕਮ ਬਖਸ਼ੋ। ਪਾਤਸ਼ਾਹ ਜੀ ਨੇ ਤੁਖਾਰੀ ਰਾਗ, ਮਾਝ ਰਾਗ, ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਤਿੰਨੇ
12 ਮਾਹੇ ਬਖਸ਼ਿਸ਼ ਕਰ। ਉਪਰੰਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦਾ ਵਿਧੀ ਵਿਧਾਨ ਕਿ ਭਾਈ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ। ਦਇਆਲ ਪੁਰਖ ਮਿਹਰਵਾਨਾ, ਹਰ ਨਾਨਕ ਸਾਚ ਵਖਾਨਾ। ਇਹ ਜੋ ਧੁਰ ਦਾ ਸੁਨੇਹਾ ਅਕਾਲ ਪੁਰਖ ਵਾਹਿਗੁਰੂ ਦਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਉਹ ਜੋ ਉਹੋ ਜਿਹਾ ਗਿਆਨ ਸੀ ਭਾਈ ਇਹ ਬਾਣੀ ਮਹਾਂਪੁਰਖ ਕੀ ਦਾ, ਜੋ ਪ੍ਰਚਾਰ ਗੁਰਮਤਿ ਦੇ ਅਸੂਲਾਂ ਮੁਤਾਬਕ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਪ੍ਰਾਰੰਭ ਹੋਇਆ। ਗੁਰੂ ਕਲਗੀਧਰ ਪਿਤਾ ਜੀ ਦੀ ਵਿਸ਼ੇਸ਼ ਡਿਊਟੀ ਪੰਥ ਪ੍ਰਚਰ ਕਰਵੇ ਕਹੋ ਸਾਜਾ, ਇਸੇ ਵਾਸਤੇ ਤੇ ਸਾਹਿਬ ਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਨੇ ਪੰਥ ਦਾ ਪ੍ਰਚਾਰ ਕਰਦਿਆਂ ਫਿਰ ਉਸ ਦਿਨ, ਅੱਜ ਦੇ ਦਿਨ ਪਾਤਸ਼ਾਹ ਜੀ ਨੇ ਸਮੁੱਚੀ ਮਰਜ਼ਾਦਾ ਵਰਣਨ ਕਰਕੇ ਗੁਰੂ ਘਰ ਦੀ, ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਧੁਰ ਤੋਂ ਅਕਾਲੀ ਬਾਣੀ ਬਖਸ਼ਿਸ਼ ਲੈ ਆਏ, ਸੰਸਾਰ ਸਮੁੰਦਰ ਨੂੰ ਤਾਰਨ ਵਾਸਤੇ ਬਖਸ਼ਿਸ਼ ਕਰਤੀ। ਜਿਵੇਂ ਉਹ ਗੁਰਬਾਣੀ ਪਾਤਸ਼ਾਹ ਜੀ ਦੀ ਅਗਵਾਈ ਅੰਦਰ ਗੁਰੂ ਕੇ ਸਿੱਖ ਆਪਣਾ ਜੀਵਨ ਬਸਰ ਕਰਦੇ, ਰੂਹਾਨੀਅਤ ਦੇ ਮੁਜੱਸਮੇ, ਪਵਿੱਤਰ ਰੂਹਾਂ, ਸੰਤ ਭਗਤ ਬ੍ਰਹਮ ਗਿਆਨੀ ਗੁਰਸਿੱਖ ਬਣ ਗਏ। ਤੇ ਪਾਤਸ਼ਾਹ ਗੁਰੂ ਕਲਗੀਧਰ ਮਹਾਰਾਜ ਕਹਿਣ ਲੱਗੇ, ਅੱਜ ਭਾਈ ਅਸੀਂ ਉਹ ਨਾਨਕ ਨਾਮ ਲੇਵਾ ਰੂਪ ਨੂੰ ਪਿਓਰ ਕਰਨਾ ਹੈ, ਖਾਲਸ ਕਰਨਾ ਹੈ। ਅੱਜ ਤੋਂ ਬਾਅਦ ਮੇਰੇ ਖਾਲਸੇ ਵਿੱਚ ਕਿਸੇ ਪ੍ਰਕਾਰ ਦੀ ਮਿਲਾਵਟ ਨਹੀਂ ਹੋਵੇਗੀ, ਕੋਈ ਰਲਾ ਨਹੀਂ ਹੋਵੇਗਾ। ਕਿ ਤੋਸ ਆਪਣਾ ਪੰਥ ਨਰਾਲਾ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਉਹ ਸਾਰੀ ਜੋ ਵਿਪਰਨ ਦੀ ਰੀਤ ਤੁਰੀ ਆਉਂਦੀ ਸੀ ਕਿ ਭਾਈ ਖੱਤਰੀ ਬ੍ਰਾਹਮਣ ਸੂਦ ਵੈਸ, ਇਹ ਵਿਪਰਨ ਦੀ ਰੀਤ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਮੇਰਾ ਖਾਲਸਾ ਵਿਪਰਨ ਕੀ ਰੀਤ ਨੂੰ ਤਿਆਗ ਦੇਵੇਗਾ। ਅੱਜ ਤੋਂ ਜੋ ਗੁਰਮਤਿ ਦੀ ਰੀਤ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦਾ ਵਿਧੀ ਵਿਧਾਨ ਹੈ, ਮੇਰਾ ਖਾਲਸਾ ਗੁਰਮਤਿ ਦੀ ਰੀਤ ਕਮਾਏਗਾ। ਉਹ ਗੁਰਮਤਿ ਦੀ ਰੀਤ ਵਿੱਚ ਪ੍ਰਪੱਕ ਕਰਕੇ ਸਾਹਿਬ ਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਨੇ ਸਟੇਜ ਤੇ ਖੜੇ ਹੋ ਸ੍ਰੀ ਭਗਉਤੀ ਜੀ ਬੇਮਿਆਨ ਕੀਤੀ ਤੇ ਮਹਾਰਾਜ ਪਾਤਸ਼ਾਹ ਜੀ ਨੇ ਵਚਨ ਕੀਤੇ, ਆਓ ਭਾਈ ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਭਾਈ ਗੁਰੂ ਨਾਨਕ ਦੇ ਦਰ ਨੂੰ ਸੀਸ ਦੀ ਲੋੜ ਹੈ, ਉੱਠੋ ਭਾਈ। ਦੂਸਰੀ ਵਾਰ ਫੇਰ ਆਖਿਆ, ਤੀਸਰੀ ਵਾਰ ਵਚਨ ਸੁਣਦਿਆਂ ਹੀ ਪਿਆਰੇ ਦਇਆ ਸਿੰਘ ਸਾਹਿਬ ਜੀ ਉਹ ਮਹਾਰਾਜ ਪਾਤਸ਼ਾਹ ਜੀ ਦੇ ਸਨਮੁਖ ਹੋਏ। ਸਤਿਗੁਰ ਆਗਾ ਸੀਸ ਭੇਟ ਦਿਓ। ਪਾਤਸ਼ਾਹ ਜੀ ਨੇ ਸਿਰ ਧੜ ਤੋਂ ਵੱਖ ਕੀਤਾ। ਦੂਸਰਾ ਵਚਨ ਕੀਤਾ ਪਿਆਰੇ ਦਇਆ ਸਿੰਘ ਜੀ, ਧਰਮ ਸਿੰਘ ਜੀ। ਤੀਸਰਾ ਵਚਨ ਕੀਤਾ ਪਿਆਰੇ ਹਿੰਮਤ ਸਿੰਘ ਜੀ। ਚੌਥੇ ਵਚਨ ਤੇ ਪਿਆਰੇ ਮੁਹਕਮ ਸਿੰਘ ਜੀ। ਪੰਜਵੇਂ ਵਚਨ ਤੇ ਪਿਆਰੇ ਸਾਹਿਬ ਸਿੰਘ ਜੀ। ਪੰਜ ਪਿਆਰੇ ਸਿੰਘ ਸਾਹਿਬਾਨ ਸਤਿਗੁਰਾਂ ਦੇ ਸਨਮੁਖ ਹੋਏ। ਪੰਜਾਂ ਦੇ ਸੀਸ ਅਵਲ ਤੁਰਾਨੀ ਜੋ ਔਰੰਗਜ਼ੇਬ ਦਾ ਇੱਕ ਭਾਈ ਸੂਈਆ ਰਿਪੋਰਟਰ ਹੈ, ਉਹਦੀ ਰਿਪੋਰਟ ਮੁਤਾਬਕ ਉਹ ਉਸ ਜਗ੍ਹਾ ਤੇ ਹਾਜ਼ਰ ਹੈ। ਉਹ ਸਾਰੀ ਰਿਪੋਰਟ ਤਿਆਰ ਕਰ ਰਿਹਾ। ਉਹਨੇ ਲਿਖੀ ਕਿ ਮੈਂ ਅੱਖੀਂ ਵੇਖਿਆ ਗੁਰੂ ਕਲਗੀਧਰ ਪਿਤਾ ਜੀ ਨੇ ਉਹਨਾਂ ਦਾ ਸਟੇਜ ਤੇ ਸੀਸ ਵੱਖਰਾ ਕਰ ਦਿੱਤਾ। ਤੇ ਉਹ ਫਿਰ ਮਹਾਰਾਜ ਪਾਤਸ਼ਾਹ ਜੀ ਨੇ ਇੱਕ ਕਲਾਮ ਆਪਣੇ ਮੁਖ ਤੋਂ ਉਚਾਰੀ, ਇੱਕ ਸਰਬ ਲੋਹ ਦਾ ਬਾਟਾ, ਖੰਡਾ ਸਰਬ ਲੋਹ ਦਾ, ਤੇ ਉਹਦੇ ਵਿੱਚ ਕੋਈ ਐਸੀ ਵਸਤੂ ਪਾ ਕੇ ਕੁਛ ਟਾਈਮ ਮੁਖੋਂ ਕਲਾਮ ਪੜ੍ਹੀ ਗਈ ਹਿੰਦੂਆਂ ਦੇ ਗੁਰੂ, ਇਸ ਤਰ੍ਹਾਂ ਦੇ ਵਚਨ ਉਸਨੇ ਉਚਾਰੇ ਹੈ। ਫਿਰ ਉਸ ਤੋਂ ਖੰਡਾ ਹਲਾਈ ਗਏ। ਉਸ ਤੋਂ ਬਾਅਦ ਉਹ ਅੰਮ੍ਰਿਤ, ਉਹ ਆਪੇ ਹਿਆਤ ਤਿਆਰ ਹੋਇਆ ਉਹਨਾਂ ਦੇ ਵਚਨਾਂ ਮੁਤਾਬਕ। ਉਹਨਾਂ ਸਾਰਿਆਂ ਦੇ ਜੋ ਧੜ ਸਿਰ ਸੀ ਉਹ ਕਿਸ ਦਾ ਸਰ, ਜੋ ਜਿੱਥੇ ਕੋਈ ਪਿਆ ਸੀ ਭਾਈ, ਕੋਈ ਕਿਵੇਂ ਡਿੱਗਿਆ ਪਿਆ, ਕੋਈ ਮੂਧਾ, ਕੋਈ ਸਿੱਧਾ, ਜਿਵੇਂ ਡਿੱਗੇ ਭਾਈ ਸੀਸ ਲੈਣ ਤੋਂ ਬਾਅਦ। ਪਰ ਮਹਾਰਾਜ ਗੁਰੂ ਕਲਗੀਧਰ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਉਹ ਸਾਰਿਆਂ ਦੇ ਸੀਸ ਧੜ ਦੇ ਨਾਲ ਜੋੜ ਕੇ ਉਹਨਾਂ ਨੂੰ ਜਦੋਂ ਸਿੱਟਾ ਮਾਰਿਆ ਸੀਸ ਤੇ, ਕਹਿਣ ਲੱਗੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸੇ ਟਾਈਮ ਹੀ ਇਹ ਗੁਰੂ ਘਰ ਦੀ ਕਲਾ ਵਰਤੀ ਹੈ ਭਾਈ, ਅੰਮ੍ਰਿਤ ਦੀ ਸ਼ਕਤੀ ਵਰਤੀ ਹੈ, ਜੋ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਰਹਿਮਤਾਂ ਕੀਤੀਆਂ। ਤੇ ਉਸ ਟਾਈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੁਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ ਤਿਆਰ ਬਰ ਤਿਆਰ ਹੋਏ। ਪਾਤਸ਼ਾਹ ਜੀ ਨੇ ਉਹਨਾਂ ਦੇ ਨੇਤਰਾਂ 'ਚ, ਉਹਨਾਂ ਦੇ ਮੁੱਖ 'ਚ ਪੰਜ ਚੂਲੇ, ਉਸ ਤੋਂ ਬਾਅਦ ਅੰਮ੍ਰਿਤ ਦਾ ਵਾਟਾ ਮੁੱਖ ਨੂੰ ਲਾਇਆ, ਸਭ ਨੂੰ ਛਕਾ ਕੇ ਉਸ ਤੋਂ ਬਾਅਦ ਗੁਰੂ ਕਲਗੀਧਰ ਪਿਤਾ ਜੀ ਨੇ ਰਹਿਤ ਦ੍ਰਿੜ ਕਰਾਈ ਕਿ ਭਾਈ ਪੰਜ ਕਰੇਤਾਂ ਤੋਂ ਬਚਣਾ ਹੈ, ਹੁੱਕਾ ਹਲਾਲੋ ਹਜਾਮਤ ਹਰਾਮ, ਪੰਜ ਕਰੇਤਾਂ ਤੋਂ ਬਚ ਕੇ ਰਹਿਣਾ ਹੈ ਤੇ ਪੰਜ ਰਹਿਤਾਂ ਰੱਖਣੀਆਂ।
ਕੜਾ ਕਾਰ ਦੋ ਕਛਕੰਗਾ ਵਿਦਾ ਬਿਲਾ ਕੇ ਸਹੇਤ ਅਸ਼ਟ ਜੁਮਲਾ ਨਿਸ਼ਾ ਨਿਸ਼ਾਨੇ ਸਿੱਖੀ ਇਹ 5 ਹਰਫ ਕਾਫ ਇਹ ਗੁਰਸਿੱਖੀ ਦੀਆਂ 5 ਨਿਸ਼ਾਨੀਆਂ। ਇਹਨਾਂ ਨੂੰ ਕਦੇ ਸਰੀਰ ਤੋਂ ਵੱਖ ਨਹੀਂ ਕਰਨਾ, ਆਪਣੇ ਸਰੀਰ ਤੇ ਸਜਾ ਕੇ ਰੱਖਣਾ ਮਰਦੇ ਦਮ ਤੱਕ। ਐਦਾਂ ਦੀ ਮਰਜ਼ਾਦਾ ਦ੍ਰਿੜ ਕਰਾ ਗੁਰੂ ਕਲਗੀਧਰ ਪਿਤਾ ਜੀ ਨੇ। ਖਾਲਸਾ ਮੇਰੋ ਰੂਪ ਹੈ ਖਾਸ ਕਰਕੇ, ਫਿਰ ਬਚਨ ਆਖੇ ਖਾਲਸਾ ਜੀ ਹੁਣ ਇਸ ਅੰਮ੍ਰਿਤ ਦੀ ਅਵਲਾਖਾ, ਇਸ ਅੰਮ੍ਰਿਤ ਦੀ ਦਾਤ ਹੁਣ ਸਾਨੂੰ ਵੀ ਬਖਸ਼ੋ। ਤਾਂ ਖਾਲਸੇ ਆਖਿਆ ਮਹਾਰਾਜ ਅਸੀਂ ਨੀਚਾਂ ਜਾਤਾਂ ਦੇ, ਆਪ ਜੀ ਨੇ ਕਿਰਪਾ ਕਰਕੇ ਸਾਨੂੰ ਨਵਾਜਤਾ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਖਾਲਸਾ ਜੀ ਇਹ ਬਚਨ ਨਹੀਂ ਕਰਨਾ, ਖਾਲਸਾ ਗੁਰੂ ਗੁਰੂ ਖਾਲਸਾ ਕਰੋ ਮੈਂ ਆਵ, ਜੈਸੇ ਗੁਰੂ ਨਾਨਕ ਜੀ ਗੁਰੂ ਅੰਗਦ ਕੋ ਕੀਨਿਓ, ਸੰਕ ਨਾ ਕਰੀਜੈ ਸਾਵਧਾਨ ਹੋਏ ਦੀਜੈ ਆਵ, ਅੰਮ੍ਰਿਤ ਛਕਾਵੋ ਮੋਹੇ ਜੈਸੇ ਤੁਮ ਲੀਨਿਓ। ਪਾਤਸ਼ਾਹ ਜੀ ਕਹਿਣ ਲੱਗੇ ਖਾਲਸਾ ਜੀ ਸ਼ੰਕਾ ਨਹੀਂ ਰੱਖਣਾ ਇੱਥੇ ਵੱਡੇ ਛੋਟੇ ਵਾਲਾ। ਹੁਣ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਗੁਰੂ ਕਰ ਦਿੱਤਾ, ਇਸ ਤਰ੍ਹਾਂ ਅਸੀਂ ਭਾਈ ਖਾਲਸੇ ਨੂੰ ਗੁਰੂ ਬਣਾਉਣਾ। ਅੱਜ ਤੋਂ ਖਾਲਸਾ ਗੁਰੂ ਹੈ, ਇਸ ਕਰਕੇ ਖਾਲਸਾ ਜੀ ਅੰਮ੍ਰਿਤ ਛਕਾਵੋ ਮੋਹੇ, ਮੈਨੂੰ ਵੀ ਅੰਮ੍ਰਿਤ ਛਕਾਓ ਜਿਸ ਤਰ੍ਹਾਂ ਤੁਸੀਂ ਅੰਮ੍ਰਿਤ ਗ੍ਰਹਿਣ ਕੀਤਾ ਹੈ। ਫਿਰ ਖਾਲਸੇ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਤੇ ਉਹ ਬਚਨ ਕਿ ਮਹਾਰਾਜ ਆਪ ਜੀ ਨੇ ਬਚਨ ਕੀਤਾ ਸੀ ਕਿ ਅੱਜ ਤੋਂ ਤਨ ਮਨ ਧਨ ਗੁਰੂ ਦਾ। ਪਾਤਸ਼ਾਹ ਜੀ ਆਪ ਜੀ ਫਿਰ ਕੀ ਬਖਸ਼ਿਸ਼ ਕਰੋਗੇ? ਪਾਤਸ਼ਾਹ ਜੀ ਕਹਿਣ ਲੱਗੇ ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਤੋਂ ਧਨ ਸਭ ਇਨ ਹੀ ਕੋ। ਖਾਲਸਾ ਜੀ ਅੰਮ੍ਰਿਤ ਦੀ ਦਾਤ ਬਖਸ਼ੋ, ਮੇਰੇ ਘਰ ਵਿੱਚ ਤਨ ਕਰਕੇ ਮਨ ਕਰਕੇ ਧਨ ਕਰਕੇ ਜੋ ਕੁਝ ਸਰਬੰਸ ਹੈ ਉਹ ਸਾਰਾ ਪੰਥ ਦਾ ਹੀ ਹੈ। ਐਦਾਂ ਗੁਰੂ ਕਲਗੀਧਰ ਪਿਤਾ ਜੀ ਨੇ ਖਾਲਸੇ ਤੋਂ ਅੰਮ੍ਰਿਤ ਛਕਿਆ। ਫਿਰ ਸਾਰੀ ਮਰਜ਼ਾਦਾ ਦ੍ਰਿੜ ਕਰਾਈ ਗੁਰੂ ਕਲਗੀਧਰ ਪਿਤਾ ਜੀ ਨੂੰ ਕਿ 5 ਕਰੇਤਾਂ ਤੋਂ ਬਚਣਾ, 5 ਰਹਿਤਾਂ ਰੱਖਣੀਆਂ, ਹੁੱਕਾ ਹਲਾਲੋ ਹਜਾਮਤ ਹਰਾਮਤ ਤੋਂ ਬਚਣਾ, ਕਕਾਰਾਂ ਦੀ ਰਹਿਤ ਰੱਖਣੀ ਹੈ, ਨਿਤਨੇਮ ਗੁਰਬਾਣੀ ਦਾ। ਉਹ ਜੋ ਮਰਜ਼ਾਦਾ ਗੁਰੂ ਕਲਗੀਧਰ ਪਿਤਾ ਜੀ ਨੇ ਖਾਲਸੇ ਨੂੰ ਦ੍ਰਿੜ ਕਰਾਈ, ਉਹ ਮਰਜ਼ਾਦਾ ਹੂ ਬਾਹੂ ਗੁਰੂ ਕੇ ਖਾਲਸੇ ਨੇ ਗੁਰੂ ਕਲਗੀਧਰ ਪਿਤਾ ਜੀ ਨੂੰ ਅੰਮ੍ਰਿਤ ਛਕਾਉਣ ਟਾਈਮ ਉਹ ਭਾਈ ਦਹਰਾਈ ਦ੍ਰਿੜ ਕਰਾਈ। ਤੇ ਉਸ ਤੋਂ ਬਾਅਦ ਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਨੂੰ ਖਾਲਸੇ ਆਖਿਆ ਮਹਾਰਾਜ ਆਪ ਜੀ ਨੇ ਜੋ ਬਚਨ ਕੀਤੇ ਹੈ ਕਿ ਜਬ ਲਗ ਖਾਲਸਾ ਰਹਿ ਨਿਆਰਾ, ਸਾਡੀ ਬੇਨਤੀ ਹੈ ਮਹਾਰਾਜ ਜਿੱਥੇ ਆਪ ਜੀ ਨੇ ਇਹ ਰਹਿਤਾਂ ਰੱਖਣੀਆਂ ਉਥੇ ਤੁਹਾਡੀ ਇੱਕ ਰਹਿਤ ਸਭ ਤੋਂ ਵਧੇਕ ਹੈ। ਆਪਣੇ ਖਾਲਸੇ ਦੇ ਪੰਥ ਨੇ ਹੁਕਮ ਦਿੱਤਾ, ਹੁਕਮ ਲਾਇਆ ਗੁਰੂ ਕਲਗੀਧਰ ਜੀ ਨੂੰ ਆਪਣੇ ਪੰਥ ਦੇ ਆਪਣੇ ਖਾਲਸੇ ਦੇ ਅੰਗ ਸੰਗ ਰਹਿਣਾ ਮਹਾਰਾਜ ਆਪ ਜੀ ਨੇ। ਤਾਂ ਗੁਰੂ ਕਲਗੀਧਰ ਪਿਤਾ ਜੀ ਨੇ ਫਿਰ ਉਸ ਟਾਈਮ ਬਚਨ ਕੀਤੇ ਖਾਲਸਾ ਜੀ ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂ ਇਨਕੀ ਪ੍ਰਤੀਤ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ, ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚੇਰਾ। ਮੈਂ ਆਪਣੇ ਖਾਲਸੇ ਦਾ ਚੇਲਾ ਬਣ ਕੇ ਰਹੂੰ, ਸੇਵਕ ਬਣ ਕੇ ਰਹੂੰ, ਪਰ ਸ਼ਰਤ ਹੈ ਕਿ ਮੇਰਾ ਖਾਲਸਾ ਰਹਿਣੀ ਰਹੇ, ਰਹਿਤ ਬਹਿਤ ਦਾ ਧਾਰਨੀ ਹੋਵੇ, ਰਹਿਤ ਰਹਿਤ ਰਹਿ ਜਾਹੇ ਬਕਾਰਾ, ਜਿਹੜਾ ਰਹਿਣੀ ਵਿੱਚ ਪ੍ਰਪੱਕ ਹੋਵੇਗਾ। ਗੁਰੂ ਕਲਗੀਧਰ ਪਿਤਾ ਜੀ ਕਹਿਣ ਲੱਗੇ ਮੈਂ ਉਸ ਦੇ ਚੇਲਾ ਬਣ ਕੇ ਹਰ ਟਾਈਮ ਅੰਗ ਸੰਗ ਨਾਲ ਹੋ ਕੇ ਵਿਚਰਾਂਗਾ ਭਾਈ। ਜਹ ਜਹ ਕਾਰਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਇਹ ਗੁਰੂ ਕਲਗੀਧਰ ਪਿਤਾ ਜੀ ਨੇ ਖਾਲਸੇ ਨੂੰ ਸਾਜ ਕੇ ਇਸ ਤਰ੍ਹਾਂ ਭਾਈ ਆਪਣੇ ਬਣਾ ਕੇ ਨਵਾਜ ਦਿੱਤਾ ਤੇ ਬਚਨ ਕਰ ਦਿੱਤੇ ਕਿ ਭਾਈ ਖਾਲਸਾ ਜੀ ਅੱਜ ਤੋਂ ਜੋ ਗੁਰੂ ਕਾ ਖਾਲਸਾ ਹੈ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਤੇ ਬਚਨ ਕੀਤੇ ਜਾ ਮਹਿ ਰੰਚ ਨਾ ਮਿਥਿਆ ਪਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਇਹਦੇ ਵਿੱਚ ਰਾਈ ਜਿੰਨਾ ਝੂਠ ਨਹੀਂ ਭਾਈ। ਗੁਰੂ ਨਾਨਕ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਸਾਖ ਹੈ, ਸਹੁੰ ਆਖੋ ਕਿ ਭਾਈ ਉਹਨਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਖਦਾ ਅਕਾਲ ਪੁਰਖ ਵਾਹਿਗੁਰੂ ਅਤੇ ਸਤਿਗੁਰੂ ਨਾਨਕ ਦੇਵ ਨਿਰੰਕਾਰ ਪਾਤਸ਼ਾਹ ਜੀ ਨੂੰ ਕਿ ਖਾਲਸਾ ਮੇਰਾ ਸਤਿਗੁਰੂ ਹੈ, ਖਾਲਸਾ ਮੇਰਾ ਪੂਰਾ ਸੱਜਣ ਹੈ, ਮੇਰੇ ਘਰ ਵਿੱਚ ਤਨ ਮਨ ਧਨ ਤੇ ਜੋ ਹੈ ਸਭ ਪੰਥ ਦਾ ਹੈ। ਇਸ ਤਰ੍ਹਾਂ ਗੁਰੂ ਕਲਗੀਧਰ ਪਿਤਾ ਜੀ ਨੇ ਖਾਲਸੇ ਨੂੰ ਨਵਾਜਿਆ। ਤੇ ਇਸ ਤਰ੍ਹਾਂ ਭਾਈ ਅੱਜ ਦੇ ਦਿਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਸ਼ ਕਰ ਸਾਨੂੰ ਸਤਿਗੁਰ ਕੇ ਜਨਮੇ ਗਵਨ ਮਟਾਇਆ, ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ। ਇਹ ਸਾਡੇ ਤੋਂ ਦੂਜ ਤੀਜ ਖਤਮ ਕਰ ਦਿੱਤੀ, ਵੱਡਾ ਛੋਟਾ ਨਿਬੇੜਤਾ। ਮਹਾਰਾਜ ਕਹਿਣ ਲੱਗੇ ਭਾਈ ਖਾਲਸਾ ਅੱਜ ਤੋਂ
ਸੱਜਣ ਸੂਰਾ ਹੋ ਗਿਆ, ਖਾਲਸਾ ਅੱਜ ਤੋਂ ਪੂਰਾ ਸਤਿਗੁਰੂ ਹੋ ਗਿਆ। ਇਸ ਤਰ੍ਹਾਂ ਨਵਾਜਤਾ ਭਾਈ ਪੰਥ ਨੂੰ ਗੁਰੂ ਕਲਗੀਧਰ ਪਿਤਾ ਜੀ ਨੇ ਆਪਣਾ ਨਾਦੀ ਪੁੱਤ ਬਣਾ ਕੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਨ ਪੁੱਤਰਨ ਕੇ ਜੋ ਨਾਦ ਮਨੇ ਬਚਨ, ਮਹਾਰਾਜ ਦਾ ਨਾਦ ਕੀ ਸੀ? ਕਹਿਣ ਲੱਗੇ ਇਨ ਪੁੱਤਰਨ ਕੇ ਸੀਸ ਪਰ। ਇਹ ਮਹਾਰਾਜ ਦਾ ਨਾਦ ਮਨੇ ਸ਼ਬਦ, ਸ਼ਬਦ ਦੁਆਰਾ ਮਹਾਰਾਜ ਪਾਤਸ਼ਾਹ ਜੀ ਨੇ ਆਪਣਾ ਪੁੱਤ ਬਣਾ ਲਿਆ, ਨਾਦੀ ਖਾਲਸਾ ਬਣਾ ਲਿਆ। ਬਿੰਦੀ ਸੰਤਾਨ ਮਹਾਰਾਜ ਪਾਤਸ਼ਾਹ ਜੀ ਦੀ ਪੂਰਨੇ ਪਾਗੀ ਗੁਰਮਤਿ ਦੇ ਤੇ ਜੋ ਵੱਡਾ ਇਤਿਹਾਸ ਹੈ। ਤੇ ਨਾਦੀ ਖਾਲਸਾ ਮਹਾਰਾਜ ਨੇ ਆਪਣੇ ਪੁੱਤ ਸਿੱਖ ਨੂੰ ਸਿਰਜਿਆ, ਸਾਜਿਆ, ਨਵਾਜਿਆ। ਅੱਜ ਦਾ ਦਿਨ ਹੈ ਉਹ ਜਿੱਦੇ ਗੁਰੂ ਕਲਗੀਧਰ ਪਿਤਾ ਜੀ ਨੇ ਪੰਥ ਤੇ ਜਗਤ ਤੇ ਇਹ ਪਰਉਪਕਾਰ ਕੀਤੀ ਹੈ। ਜਗਤ ਤੇ ਐਦਾਂ ਗੁਰੂ ਕਲਗੀਧਰ ਪਿਤਾ ਜੀ ਨੇ ਭਾਈ ਇਹ ਰਹਿਮਤਾਂ ਕੀਤੀਆਂ ਤੇ ਇਹ ਮਾਰਗ ਹੈ ਸੰਗਤ ਜੀ ਪ੍ਰੇਮ ਦਾ। ਪਾਤਸ਼ਾਹ ਜੀ ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਪਾਤਸ਼ਾਹ ਜੀ ਦੇ ਬਚਨ ਹੈ ਭਾਈ ਜਿਨ੍ਹਾਂ ਪ੍ਰੇਮ ਵਿਛੋਹ, ਤੇ ਜਿਹੜੇ ਪ੍ਰੇਮ ਤੋਂ ਵਿਛੋਹੇ ਐ, ਪ੍ਰੇਮ ਤੋਂ ਵਿਛੜੇ ਐ, ਜਿਨ੍ਹਾਂ ਨੂੰ ਪ੍ਰੇਮ ਦਾ ਵਿਛੋੜਾ ਭਾਈ, ਜਿਨ੍ਹਾਂ ਅੰਦਰ ਪ੍ਰੇਮ ਪੈਦਾ ਨਹੀਂ ਹੋਇਆ, ਪਾਤਸ਼ਾਹ ਜੀ ਕਹਿੰਦੇ ਉਹਨਾਂ ਵਾਢੀਆਂ ਵਿਛੜੀਆਂ ਜਿੰਦਾਂ ਜੀਵ ਇਸਤਰੀਆਂ, ਉਹਨਾਂ ਨੂੰ ਭਾਈ ਪਾਤਸ਼ਾਹ ਜੀ ਕਹਿੰਦੇ ਧੀਰਨ ਕਿਉਂ, ਕਿਵੇਂ ਧੀਰਜ ਆ ਸਕਦਾ ਹੈ? ਕਿਉਂਕਿ ਪਾਤਸ਼ਾਹ ਜੀ ਦੇ ਬਚਨ ਹੈ ਕਿ ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਥਾਈ ਨਹੀਂ ਕੋਈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਪਾਤਸ਼ਾਹ ਜੀ ਕਹਿੰਦੇ ਵਿਚਾਰਵੰਦਾਂ ਨੂੰ ਜਾ ਕੇ ਪੁੱਛ ਲਿਓ ਭਾਈ ਇਹ ਗੱਲ, ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰੂ ਮੁਕਤ ਨਾ ਪਾਏ। ਭਾਵੇਂ ਅਨੇਕਾਂ ਜੂਨੀਆਂ ਵਿੱਚ ਭੜਕਦਾ ਫਿਰੇ, ਪਰ ਸਤਿਗੁਰੂ ਤੋਂ ਬਿਨਾਂ ਭਾਈ ਭਲਾ ਨਹੀਂ ਹੋਣਾ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਮੁਕਤੀ ਭਾਈ ਭਲਾ ਕਿਵੇਂ ਹੋਵੇਗਾ? ਜਦੋਂ ਸਤਿਗੁਰੂ ਦੇ ਚਰਨੀ ਲੱਗ ਜਾਵੇਗਾ ਆ ਕੇ, ਤੇ ਸਤਿਗੁਰੂ ਸ਼ਬਦ ਸੁਣਾ ਦੇਣਗੇ। ਜਪਜੀ ਸਾਹਿਬ, ਜਾਪ ਸਾਹਿਬ, ਤੋ ਪ੍ਰਸਾਦ ਸਵਈਏ, ਚੌਪੀ ਸਾਹਿਬ, ਆਨੰਦ ਸਾਹਿਬ। ਤੇ ਇਸ ਵਾਸਤੇ ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੈ ਖੋਈ, ਮੂਲ ਮੰਤਰ ਦੀ ਦਾਤ ਬਖਸ਼ ਦੇਣਗੇ। ਤੇ ਅੰਮ੍ਰਿਤ ਗੁਰਬਾਣੀ ਇੱਕ ਓੰਕਾਰ ਤੋਂ ਲੈ 18 10 20 ਤੱਕ ਇਹ ਗੁਰੂ ਦਾ ਸ਼ਬਦ ਹੈ। ਪਾਤਸ਼ਾਹ ਜੀ ਨੇ ਵਚਨ ਕੀਤੇ ਆਗਿਆ ਪਈ ਅਕਾਲ ਕੀ ਤਵੈ ਚਲਾਇਓ ਪੰਥ। ਤੇ ਪੰਥ ਨੂੰ ਹੁਕਮ ਹੈ, ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਉਹ ਪੰਥ ਦੀ ਰਹਿਣੀ ਬਹਿਣੀ ਸਹਿਣੀ ਕਹਿਣੀ ਸਿੱਖਣ ਵਾਲੇ ਜੋ ਹੈ ਭਾਈ ਸਿੱਖ, ਉਹਨਾਂ ਸਭ ਨੂੰ ਹੁਕਮ ਹੈ। ਵਿਸ਼ੇਸ਼ ਹੁਕਮ ਕੀਤਾ ਮਹਾਰਾਜ ਨੇ ਸਿੱਖਿਆ ਦੇ ਨਾਲ ਕਿ ਭਾਈ ਜਿਹੜੇ ਇਸ ਦਰ ਦੀ ਮਰਜ਼ਾਦਾ ਸਿੱਖਣ ਵਾਲੇ ਐ, ਉਹਨਾਂ ਸਿੱਖਣ ਵਾਲਿਆਂ ਨੂੰ ਇਹ ਹੁਕਮ ਹੈ। ਸਿੱਖਿਆ ਤਾਂ ਗੁਰਮਤਿ ਦੀ ਲੈਣੀ ਹੈ, ਪਰ ਇੱਕ ਹੁਕਮ ਹੈ। ਸਾਰੀ ਉਮਰ ਗੁਰੂ ਕਲਗੀਧਰ ਜੀ ਨੇ ਹੁਕਮ ਨਹੀਂ ਦਿੱਤਾ ਪੰਥ ਨੂੰ, ਪਰ ਸੱਚਖੰਡ ਜਾਣ ਟਾਈਮ ਸੱਚਖੰਡ ਹਜ਼ੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਹੁਕਮ ਦਿੱਤਾ। ਕਹਿਣ ਲੱਗੇ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਿਓ ਭਾਈ, ਇਹ ਹੁਕਮ ਹੈ। ਤੇ ਨਾਲ ਵਚਨ ਕੀਤਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰੂ ਨਾਨਕ ਪਾਤਸ਼ਾਹ ਜੀ ਦੀ ਦੇਹ ਨੂੰ ਜਿਵੇਂ ਗੁਰੂ ਅੰਗਦ ਦੇਵ ਜੀ ਨੇ ਮੰਨਿਆ ਸੀ, ਪੂਜਿਆ ਸੀ, ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਮੰਨਿਆ ਪੂਜਿਆ ਸੀ, ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਮੰਨਿਆ ਪੂਜਿਆ ਸੀ, ਐਦਾਂ ਭਾਈ ਦੇਹ ਨੂੰ ਦੇਹ ਬਣਾ ਕੇ ਸਰੂਪ ਬਣਾ ਕੇ ਪੂਜਣਾ ਤੇ ਮੰਨਣਾ, ਉਹ ਅਦਬ ਰੱਖਣਾ। ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਿਓ ਚਾਹੇ, ਖੋਜ ਸ਼ਬਦ ਮੈਂ ਲੇਹ। ਜਿਹੜਾ ਵਾਹਿਗੁਰੂ ਨੂੰ ਮਿਲਣਾ ਚਾਹੁੰਦਾ ਉਹ ਭਾਈ ਸ਼ਬਦ ਖੋਜ ਲੈ। ਸ਼ਬਦ ਦੀ ਖੋਜ ਹੈ ਜਿਹੜੀ ਵਾਹਿਗੁਰੂ ਪਰਮੇਸ਼ਵਰ ਦਾ ਮਲਾਪ ਬਖਸ਼ ਦਿੰਦੀ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਭਾਈ ਤੇ ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਤੇ ਐਸੀ ਮਰਜ਼ਾਦਾ ਜੋ ਸੱਚੇ ਪਾਤਸ਼ਾਹ ਜੀ ਨੇ ਪੂਜਾ ਅਕਾਲ ਦੀ, ਗੁਰੂ ਕੇ ਸਿੱਖ ਨੂੰ ਮਰਜ਼ਾਦਾ ਬਖਸ਼ਿਸ਼ ਕੀਤੀ ਹੈ। ਇਹ ਪ੍ਰੇਮ ਦਾ ਮਾਰਗ ਬਣਾ ਦਿੱਤਾ ਪਾਤਸ਼ਾਹ ਜੀ ਨੇ। ਤੇ ਜਿਹੜਾ ਭਾਈ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੀ ਬਾਣੀ ਗੁਰਮਤਿ ਦੇ ਨਾਲ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਨਾਲ ਜੁੜਦਾ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਉਹਦੀ ਜਨਮਾਂ ਜਨਮਾਂ ਦੀ ਛੜਾਂਦ ਬੁਝ ਜਾਂਦੀ ਹੈ। ਉਹਦਾ ਤਪਦਾ ਮਨ ਭਾਈ ਜੀ ਜਿਹੜਾ ਅਗਨ ਬਰਾਬਰ ਤਪ ਹੈ,
ਭੀਤਰ ਵਗਾ ਕਾਤੀ ਬਾਸਨਾ ਦੀ ਕਟਾਰੀ ਤੇ ਬਕਾਰਾਂ ਦੀ ਕਟਾਰੀ, ਉਹ ਜਿਹੜੀ ਅੰਦਰ ਭਗਤ ਚੱਲਦੀ ਰਹਿੰਦੀ ਆ ਹਰ ਟਾਈਮ ਭਾਈ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਭਾਈ ਅੰਦਰਲੀ ਤਪਸ ਅਗਨ ਦੇ ਬਰਾਬਰ ਹੈ ਜਿਹੜੀ, ਉਹ ਸਾਰੀ ਮਿਟ ਜਾਂਦੀ ਹੈ, ਸਾਰੀ ਬੁਝ ਜਾਂਦੀ ਹੈ। ਇਹ ਐਸਾ ਭਾਈ ਗੁਰੂ ਦਾ ਸ਼ਬਦ, ਗੁਰੂ ਪਾਤਸ਼ਾਹ ਜੀ ਨੇ ਜਿਸ ਸਿਧਾਂਤ ਨਾਲ ਸਾਨੂੰ ਜੋੜਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਪਾਵਨ ਚਰਨ ਕਵਲ। ਪਾਤਸ਼ਾਹ ਜੀ ਕਹਿੰਦੇ ਭਾਈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰਭੂ ਦਾ ਮਿਲਾਪ ਦਾ ਇਹ ਭਾਈ ਪ੍ਰੇਮ ਦਾ ਮਾਰਗ ਹੈ। ਅੰਮ੍ਰਿਤ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਪਾਵਨ ਚਰਨ ਕਵਲ। ਤੇ ਜਿਹੜੇ ਪ੍ਰੇਮ ਤੋਂ ਵਿਛੜੇ ਆ ਉਹ ਭਾਈ ਧੀਰਨ ਕਿਉਂ? ਉਹਨਾਂ ਨੂੰ ਭਾਈ ਧੀਰਜ ਨਹੀਂ ਆ ਸਕਦਾ ਜੀਵਨ ਦੇ ਵਿੱਚ। ਤੇ ਅੰਮ੍ਰਿਤ ਗੁਰਬਾਣੀ ਅੰਦਰ ਪਾਤਸ਼ਾਹ ਜੀ ਦੇ ਵਚਨ ਹੈ ਕਿ ਭਾਈ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ। ਭਾਈ ਜਦੋਂ ਸਤਿਗੁਰੂ ਸ਼ਬਦ ਸੁਣਾ ਦਿੰਦੇ ਆ ਤੇ ਉਦੋਂ ਭਾਈ ਅੰਮ੍ਰਿਤ ਗੁਰਬਾਣੀ ਸੁਣ ਕੇ ਫਿਰ ਗੁਰੂ ਦੇ ਚਰਨੀ ਲੱਗ ਕੇ ਉਹ ਜੀਵਨ ਮੁਕਤ ਹੋ ਜਾਂਦਾ ਹੈ ਭਾਈ। ਸਿਰਫ ਇਹ ਸਮਰੱਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਪਾਵਨ ਚਰਨ ਕਵਲਾਂ ਅੰਦਰ ਹੀ ਹੈ ਕਿ ਭਾਈ ਸ਼ਬਦ ਨਾਲ ਜੁੜ ਕੇ ਮਹਾਰਾਜ ਨੇ ਸਾਨੂੰ ਸ਼ਬਦ ਨਾਲ ਜੋੜਿਆ, ਸ਼ਬਦ ਗੁਰੂ ਕਰ ਦਿੱਤਾ ਸਾਡਾ। ਇਸ ਵਾਸਤੇ ਪਾਤਸ਼ਾਹ ਜੀ ਕਹਿੰਦੇ ਖੋਜ ਸ਼ਬਦ ਮੈਂ ਲੇਹ। ਜੇ ਭਾਈ ਪੂਰਨ ਤ੍ਰਿਪਤੀ ਕਰਨੀ ਹੈ ਉਸ ਵਾਹਿਗੁਰੂ ਨੂੰ ਪਾਉਣਾ ਸ਼ਬਦ ਖੋਜ ਲਈ। ਇਸ ਕਰਕੇ ਪ੍ਰੇਮ ਨਾਲ ਭਾਈ ਪ੍ਰਾਪਤੀ ਹੋਣੀ ਹੈ ਇਹ ਸਾਰੀ। ਨਾ ਇੱਥੇ ਤਰਕ ਚੱਲਣੀ ਹੈ, ਨਾ ਇੱਥੇ ਸਿਆਣਪ ਚੱਲਣੀ ਹੈ, ਨਾ ਇੱਥੇ ਬਾਹੂਬਲ ਚੱਲਣਾ ਹੈ, ਨਾ ਇੱਥੇ ਭਾਈ ਮਾਇਆ ਚੱਲਣੀ ਹੈ। ਇੱਥੇ ਤਾਂ ਇਕੱਲਾ ਪ੍ਰੇਮ ਚੱਲਣਾ ਹੈ। ਇਹ ਮਾਰਗ ਪ੍ਰੇਮ ਦਾ ਹੈ ਤੇ ਪ੍ਰੇਮ ਦਾ ਅਰਥ ਹੈ ਪਰੇ ਮੈਂ ਤੋਂ ਪਰੇ ਹੋ ਕੇ ਭਾਈ ਇਹ ਪ੍ਰੇਮ ਦਾ ਮਾਰਗ ਸਰ ਕੀਤਾ ਜਾਂਦਾ ਹੈ। ਇਹ ਐਸਾ ਮਾਰਗ ਹੈ ਜੀ। ਹਾਂਜੀ। ਹਰ ਸਾਜਨ ਪੁਰਖ ਵਸਾਰ ਕੈ ਲੱਗੀ ਮਾਇਆ ਧੋ। ਸਤਿਗੁਰੂ ਜੀ ਫਰਮਾਨ ਕਰਦੇ ਜਿਨ੍ਹਾਂ ਨੇ ਹਰ ਸਾਜਨ ਪੁਰਖ ਵਸਾਰ ਕੈ, ਹਰੀ ਸੱਜਣ ਪੁਰਖ, ਸੱਜਣ ਸੱਚਾ ਪਾਤਸ਼ਾਹ ਕਰਤਾ ਪੁਰਖ ਹੈ ਭਾਈ ਐਸਾ। ਹਰ ਸਾਜਨ ਪੁਰਖ ਵਸਾਰ ਕੈ, ਜਿਨ੍ਹਾਂ ਨੇ ਐਸਾ ਸੱਜਣ ਪੁਰਖ ਵਸਾਰ ਕੇ ਤੇ ਲੱਗੀ ਮਾਇਆ ਧੋਹੋ, ਜਿਨ੍ਹਾਂ ਨੂੰ ਧੋਹ ਕਹੀਏ ਛਲ ਰੂਪ ਮਾਇਆ, ਠੱਗਣ ਵਾਲੀ ਮਾਇਆ ਲੱਗੀ ਹੋਈ ਹੈ। ਮਾਇਆ ਦੀ ਧੋ ਕਹੀਏ ਖਿੱਚ ਜੀ ਲੱਗੀ ਹੋਈ ਹੈ। ਬਹੁ ਪਰਪੰਚ ਕਰ ਪਰਤਨ ਲਿਆਵੇ, ਇਹ ਭਾਈ ਮਾਇਆ ਦੀ ਧੋ ਹੈ। ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੂੰ ਇਹ ਮਾਇਆ ਦੀ ਖਿੱਚ ਲੱਗੀ ਹੋਈ ਹੈ, ਠੱਗਣ ਵਾਲੀ ਮਾਇਆ ਲੱਗੀ ਹੋਈ ਹੈ ਭਾਈ, ਤੇ ਜਿਨ੍ਹਾਂ ਨੇ ਇਸ ਮਾਇਆ ਵਿੱਚ ਲੱਗ ਕੇ ਹਰ ਸਾਜਨ ਪੁਰਖ ਵਸਾਰਕ ਹੈ, ਵਾਹਿਗੁਰੂ ਸੱਜਣ ਪੁਰਖ ਨੂੰ ਵਸਾਰ ਦਿੱਤਾ। ਪੁੱਤਰ ਕਲਤਰ ਨਾ ਸੰਗ ਧਨਾ ਹਰ ਅਵਿਨਾਸੀ ਓਹ। ਪਾਤਸ਼ਾਹ ਜੀ ਕਹਿੰਦੇ ਭਾਈ ਜੜ ਤੇ ਚੇਤਨ ਦੋ ਪ੍ਰਕਾਰ ਦੀ ਮਾਇਆ ਹੈ। ਨਾ ਜੜ ਮਾਇਆ ਨੇ ਸਾਥ ਦੇਣਾ ਅੰਤ ਨੂੰ, ਨਾ ਚੇਤਨ ਮਾਇਆ ਨੇ ਸਾਥ ਦੇਣਾ ਅੰਤ ਨੂੰ। ਪੁੱਤਰ ਜੜ ਮਾਇਆ, ਚੇਤਨ ਮਾਇਆ। ਕਲਤਰ ਹੋਰ ਭਾਈ ਸਾਖ ਸੰਬੰਧਰ ਪੋਤਰੇ ਆਦਿਕ, ਘਰ ਵਾਲੀ ਇਸਤਰੀ ਆਦਿਕ, ਸੰਗ ਧਨਾ ਨਾਲ ਭਾਈ ਜਿੰਨਾ ਵੀ ਧਨ ਹੈ ਜੜ ਮਾਇਆ। ਪਾਤਸ਼ਾਹ ਜੀ ਨੇ ਇਸ ਅੰਮ੍ਰਿਤ ਪੰਕਤੀ ਅੰਦਰ ਦੋਨੇ ਧਨ ਦੀ ਗੱਲ ਕਰ ਦਿੱਤੀ, ਜੜ ਮਾਇਆ ਤੇ ਚੇਤਨ ਮਾਇਆ। ਆਹ ਸਰੀਰ ਭਾਈ ਜਿੰਨਾ ਦਾ ਸਾਡਾ ਸੰਬੰਧ ਹੈ ਇਹ ਸਾਡੀ ਚੇਤਨ ਮਾਇਆ ਹੈ। ਤੇ ਜਿਹੜਾ ਭਾਈ ਅੱਜ ਜ਼ਮੀਨ ਜਾਇਦਾਦ, ਕੋਠੀ ਕਾਰ, ਜੇਬ ਦੇ ਵਿੱਚ ਜੇਬ ਖਰਚੀ, ਇਹ ਜੜ ਮਾਇਆ ਹੈ। ਇਹ ਦੋਨੇ ਮਾਇਆ ਹੀ ਭਾਈ ਸਾਨੂੰ ਆਪਣੇ ਵੱਲ ਖਿੱਚੀ ਰੱਖਦੀ ਹੈ, ਪ੍ਰੇਰੀ ਰੱਖਦੀ ਹੈ। ਅਸੀਂ ਇਸੇ ਵਿੱਚ ਲੱਗ ਕੇ ਹੀ ਭਾਈ ਆਪਣਾ ਜੀਵਨ ਬਸਰ ਕਰੀ ਜਾਂਦੇ ਹਾਂ। ਪਾਤਸ਼ਾਹ ਜੀ ਕਹਿੰਦੇ ਮਾਇਆ ਮਮਤਾ ਮੋਹਣੀ, ਜਿਹੜੀ ਚੀਜ਼ ਵਿੱਚ ਭਾਈ ਸੰਸਾਰ ਦੇ ਪਦਾਰਥ ਵਿੱਚ ਮਮਤਾ ਪੈ ਜੇ, ਖਿੱਚ ਜੀ ਪੈ ਜੇ, ਉਹ ਮਾਇਆ। ਜਿਹੜੀ ਮਹਾਰਾਜ ਕਹਿੰਦੇ ਭਾਈ ਬਿਨ ਦੰਤਾਂ ਜਗ ਖਾਇਆ, ਇਹ ਮੋਹ ਲੈਣ ਵਾਲੀ ਮਾਇਆ ਨੇ ਬਿਨਾਂ ਦੰਦਾਂ ਤੋਂ ਸੰਸਾਰ ਨੂੰ ਨਗਲ ਲਿਆ। ਖਾਧੇ ਕੌਣ ਗਏ ਮਨਮੁਖ ਖਾਧੇ, ਬਚੇ ਕੌਣ ਗੁਰਮੁਖ ਉਬਰੇ। ਜਿਨੇ ਸੱਚ ਨਾਮ ਨੂੰ ਚਿੱਤ ਲਾਇਆ, ਜਿਨ੍ਹਾਂ ਨੇ ਮਹਾਰਾਜ ਦੇ ਚਰਨਾਂ ਨਾਲ ਜੁੜ ਕੇ ਭਾਈ ਕੁਛ ਟਾਈਮ ਇੱਥੇ ਬੈਠ ਕੇ ਸਫਲ ਕੀਤਾ, ਇਹ ਉਹਨਾਂ ਦਾ ਇੰਨਾ ਟਾਈਮ ਭਾਈ ਖਰਾ ਹੋ ਗਿਆ, ਇਹ ਸਫਲ ਹੋ ਗਿਆ। ਇਹ ਇੰਨਾ ਟਾਈਮ ਉਹ ਬਚਾ 'ਚ ਰਹਿ ਗਏ ਮਾਇਆ ਦੀ ਮਮਤਾ ਤੋਂ। ਤੇ ਨਹੀਂ ਖਿੱਚਦਾ ਭਾਈ ਤਾਂ ਪਈ ਜਾਂਦੀ ਹੈ। ਇੱਥੇ ਕਿਹੜਾ ਜਰਾਂਦ ਹੈ, ਇਹ ਤਾਂ ਪਈ ਜਾਂਦੀ ਹੈ ਸੰਗਤ ਜੀ ਖਿੱਚ ਜੀ ਤਾਂ। ਪਰ ਹਾਂ ਭਾਈ ਇੱਥੇ ਬਚ ਗਈ। ਪਾਤਸ਼ਾਹ ਜੀ ਫਰਮਾਨ ਕਰਦੇ ਆ ਪਰ ਚੇਤੇ ਇਹ ਰੱਖਣਾ ਪੁੱਤਰ ਕਲਤਰ ਨਾ ਸੰਗ ਧਨਾ, ਨਾ ਪੁੱਤਰ ਨਾ ਕਲਤਰ ਤੇ ਨਾ ਸੰਗ ਧਨਾ ਧਨ ਹੀ ਭਾਈ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਕੁਛ ਨਾਲ ਨਹੀਂ ਜਾਣ ਵਾਲਾ ਭਾਈ। ਕੀ ਨਾਲ ਜਾਣ ਵਾਲਾ ਹੈ? ਹਰ ਅਵਨਾਸੀ ਓਹੋ ਭਾਈ, ਇਹ ਨਾਲ ਜਾਣ ਵਾਲਾ ਹੈ। ਉਹ ਅਵਨਾਸੀ ਹਰ ਵਾਹਿਗੁਰੂ,
ਇਹ ਭਾਈ ਕੱਲਾ ਨਾਲ ਜਾਣ ਵਾਲਾ ਹੈ। ਪਲਚ ਸਗਲੀ ਮੂਈ ਝੂਠੇ ਧੰਦੇ ਮੋਹ। ਸਤਿਗੁਰੂ ਜੀ ਫਰਮਾਨ ਕਰਦੇ ਆ ਪਲਚ ਸਗਲੀ ਮੋਈ। ਕੱਲਾ ਇੱਕ ਅੱਜ ਤਾਈਂ ਇੱਕ ਥੋੜੀ ਪੂਰਾਂ ਦੇ ਪੂਰ ਦੁਨੀਆ ਦੇ ਦੁਨੀਆ ਭਾਈ ਕਾਰੂ ਵਰਗੇ ਬੜੇ ਵੱਡੇ ਦੁਨੀਆ ਤੇ ਹੋ ਕੇ ਤੁਰ ਗਏ ਭਾਈ। ਪਾਤਸ਼ਾਹ ਜੀ ਕਹਿੰਦੇ ਪਲਚ ਇਸ ਮਾਇਆ ਦੀ ਖਿੱਚ ਵਿੱਚ ਸੰਸਾਰ ਦੇ ਵਿੱਚ ਪਰਚ ਕੇ ਪਲਚ ਮਨੇ ਪਰਚਣਾ ਮਨੇ ਜਿਵੇਂ ਇਹਦੇ ਵੀ ਮਨ ਪਰਚਾਵਾ ਕਰਨ ਲੱਗੀ ਉਹਦਾ ਪਰਚਣਾ ਕਿਸੇ ਚੀਜ਼ ਦੇ ਵਿੱਚ ਸਾਰੀ ਉਮਰ ਲੱਗ ਕੇ ਬਤੀਤ ਕਰ ਦਿੰਦੇ ਉਸ ਚੀਜ਼ ਨਾਲ ਪਰਚ ਜਾਣਾ। ਜਿਵੇਂ ਮਹਾਰਾਜ ਨੇ ਸਿੱਖ ਨੂੰ ਪਰਚਾ ਸ਼ਬਦ ਦਾ ਕਿ ਸਿੱਖਾ ਤੂੰ ਕਿਸ ਚੀਜ਼ ਨਾਲ ਪਰਚਣਾ, ਤੂੰ ਗੁਰੂ ਦੇ ਸ਼ਬਦ ਨਾਲ ਪਰਚਣਾ, ਤੂੰ ਗੁਰੂ ਦੀ ਬਾਣੀ ਨਾਲ ਪਰਚਣਾ। ਇਹ ਮਹਾਰਾਜ ਨੇ ਪਰਚਾ ਸ਼ਬਦ ਦਾ ਦਿੱਤਾ ਗੁਰੂ ਕੇ ਸਿੱਖ ਨੂੰ। ਤੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਆਏ ਭਾਈ ਸਗਲੀ ਦੁਨੀਆ ਸੰਸਾਰ ਦੇ ਨਾਲ, ਸੰਸਾਰ ਦੇ ਵਿਸ਼ੇ ਵਿਕਾਰਾਂ ਦੇ ਨਾਲ, ਸੰਸਾਰ ਦੀ ਜੜ ਚੇਤਨ ਮਾਇਆ ਦੇ ਨਾਲ ਪਰਚ ਕੇ ਸਗਲੀ ਦੁਨੀਆ ਮੋਹੀ ਮਰ ਰਹੀ ਹੈ। ਝੂਠੇ ਧੰਦਾ ਮੋਹ। ਪਾਤਸ਼ਾਹ ਜੀ ਕਹਿੰਦੇ ਭਾਈ ਇਹ ਸੰਸਾਰ ਦੇ ਧੰਦੇ ਤੇ ਧੰਦਿਆਂ ਦਾ ਜਿੰਨਾ ਮੋਹ ਖਿੱਚ ਜੀ ਹੈ ਇਹ ਸਭ ਝੂਠੇ ਹੈ ਭਾਈ। ਸੰਸਾਰ ਦੇ ਧੰਦੇ ਝੂਠੇ ਹੈ। ਜਿਹੜਾ ਭਾਈ ਦੁਨੀਆ ਦਾ ਅਸੀਂ ਮੋਹ ਕਰਦੇ ਆ ਇਹ ਮੋਹ ਵੀ ਝੂਠਾ ਹੈ। ਆ ਦੇਖੋ ਭਾਈ ਮਾਮਾ ਨੇ ਪੁੱਤ ਪਹਿਲੇ ਬੜਾ ਪਿਆਰ ਹੋਵੇਗਾ ਪਰ ਜਦੋਂ ਪਤਾ ਲੱਗਿਆ ਕਰੋਨਾ ਹੋ ਗਿਆ ਉਹਨਾਂ ਦਾ ਉਸ ਟਾਈਮ ਹੀ ਮੋਹ ਝੂਠਾ ਹੋ ਗਿਆ। ਆਪਦੀ ਮਾਂ ਨੂੰ ਨਹੀਂ ਫੂਕਿਆ ਸੰਸਕਾਰਿਆ, ਆਪਦੇ ਪਿਓ ਦਾ ਸੰਸਕਾਰ ਨਹੀਂ ਕੀਤਾ ਅੰਮ੍ਰਿਤਸਰ ਦੇ ਨਿਵਾਸੀ ਨੇ। ਹਾਲਾਂਕਿ ਭਾਈ ਸਰਕਾਰੀ ਸਰਵਿਸ ਦੇ ਵਿੱਚੋਂ ਰਿਟਾਇਰ ਹੋਇਆ ਸੀ। ਕਹਿਣ ਲੱਗੇ ਨਾ ਜੀ ਨਾ, ਕਿਉਂ? ਝੂਠਾ ਧੰਦਾ ਮੋਹ। ਜਿਨ੍ਹਾਂ ਦੀ ਖਾਤਰ ਸਾਰੀ ਉਮਰ ਧੰਦੇ ਕੀਤੇ ਉਹ ਭਾਈ ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਮਹਾਰਾਜ ਕਹਿੰਦੇ ਝੂਠੇ ਆ ਭਾਈ ਧੰਦੇ ਤੇ ਆ ਸੰਸਾਰ ਦਾ ਜੋ ਮੋਹ ਹੈ ਤੇ ਧੰਦਿਆਂ ਦਾ ਜੋ ਮੋਹ ਹੈ ਸਭ ਝੂਠ ਹੈ। ਹਾਂਜੀ ਇੱਕ ਹਰ ਕੇ ਨਾਮ ਬਿਨਾ ਅੱਗੇ ਲਈ ਹੈ ਸਤਿਗੁਰੂ ਜੀ ਫਰਮਾਨ ਕਰਦੇ ਆ ਭਾਈ ਇੱਕ ਚੇਤਾ ਰੱਖਣਾ ਵਾਹਿਗੁਰੂ ਨਾਮ ਤੋਂ ਬਿਨਾ ਕਰਮ ਧਰਮ ਪਾਖੰਡ ਜੋ ਦੀਸੈ ਤਨ ਜਮ ਜਾ ਗਾਤੀ ਲੂਟੈ। ਇੱਕ ਵਾਹਿਗੁਰੂ ਦੇ ਨਾਮ ਤੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਇਹ ਉਹ ਖਜ਼ਾਨਾ ਹੈ ਜਿਵੇਂ ਇੱਕ ਸੰਗਤ ਜੀ ਬਾਦਸ਼ਾਹ ਪਾਤਸ਼ਾਹ ਦਾ ਖਜ਼ਾਨਾ ਹੁੰਦਾ ਉਹਨੂੰ ਕੋਈ ਚਰਾ ਨਹੀਂ ਸਕਦਾ, ਉਹ ਤੋਂ ਕੋਈ ਟੈਕਸ ਨਹੀਂ ਲੈ ਸਕਦਾ ਬਾਦਸ਼ਾਹ ਦੇ ਖਜ਼ਾਨੇ ਤੋਂ। ਔਰ ਉਹਨੂੰ ਕੁਛ ਨਾ ਕੁਛ ਭੇਟ ਦੇ ਕੇ ਹੀ ਉਸ ਨੂੰ ਮਿਲਿਆ ਜਾਂਦਾ। ਜਿੱਥੋਂ ਦੀ ਬਾਦਸ਼ਾਹ ਦਾ ਖਜ਼ਾਨਾ ਲੰਘਦਾ ਹੋਵੇ ਉੱਥੋਂ ਦੇ ਜਿੰਨੇ ਵੀ ਅਹਿਲਕਾਰ ਵਜ਼ੀਰੇ ਆਜ਼ਮ ਜੋ ਵੀ ਹੁੰਦੇ ਆ ਸਭ ਨੇ ਉਹ ਚੀਜ਼ ਦੀ ਭਾਈ ਨਿਗਾਹ ਰੱਖਣੀ ਹੈ, ਉਹਦੀ ਸਿਕਿਉਰਿਟੀ ਰੱਖਣੀ ਹੈ। ਉਹ ਆਪਣੀ ਪੂਰੀ ਦੇਖ ਰੇਖ ਦੇ ਵਿੱਚ ਉਹ ਆਪਣੇ ਰਾਜ ਵਿੱਚ ਉਹਨੂੰ ਵਿਦਾਇਗੀ ਦੇਣੀ ਹੈ ਵੀ ਬਾਦਸ਼ਾਹ ਦੇ ਖਜ਼ਾਨੇ ਨਾਲ ਕਿਸੇ ਪ੍ਰਕਾਰ ਦੀ ਹੀਲ ਹੁਜਤ ਨਾ ਹੋ ਜਾਵੇ। ਇਹ ਹੁੰਦਾ ਤੇ ਜਿਹੜਾ ਵਾਹਿਗੁਰੂ ਨਾਮ ਹੈ ਇਹ ਪਾਤਸ਼ਾਹ ਦਾ ਖਜ਼ਾਨਾ ਹੈ ਭਾਈ। ਇਹ ਤੋਂ ਕੋਈ ਟੈਕਸ ਨਹੀਂ ਲੈ ਸਕਦਾ, ਕੋਈ ਇਸ ਨੂੰ ਚੁੰਗੀ ਨਹੀਂ ਲੱਗ ਸਕਦੀ। ਸਮਾਂ ਦੀ ਇਹਦੀ ਭਾਈ ਰੱਖਿਆ ਕੀਤੀ ਜਾਂਦੀ ਹੈ ਹਰੇਕ ਗੱਲੋਂ। ਤੇ ਬਾਕੀ ਜਿੰਨੇ ਵੀ ਆ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਭਾਈ ਕਰਮ ਕੀਤੇ ਧਰਮ ਕੀਤੇ। ਪਖੰਡ ਕਰਮ ਉਹ ਹੁੰਦਾ ਸੰਗਤ ਜੀ ਹੁੰਦਾ ਤਾਂ ਧਰਮ ਦਾ ਕਰਮ ਹੈ। ਜਦੋਂ ਧਰਮ ਦੇ ਕਰਮ ਵਿੱਚ ਵਿਖਾਵਾ ਆ ਜਾਏ ਉਦੋਂ ਉਹ ਪਖੰਡ ਕਰਮ ਬਣ ਜਾਂਦਾ। ਉਦੋਂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਕਰਮ ਅਸੀਂ ਕਰਦੇ ਹਾਂ ਜਦੋਂ ਕਰਮ ਕੋਈ ਧਰਮ ਦਾ ਵਿਖਾ ਕੇ ਕਰੀਏ ਉਦੋਂ ਉਹ ਪਖੰਡ ਬਣ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਕਰਮ ਧਰਮ ਪਾਖੰਡ ਜੋ ਦਿਸੈ ਜੋ ਦਿਸਦਾ ਹੈ ਤਿਨ ਜਮ ਜਾਗਾਤੀ ਲੂਟਾ। ਭਾਈ ਉਹਨੂੰ ਜਾਵਾਂ ਜਗਾਤੀ ਮਸੂਲੀ ਰਾਸਤੇ 'ਚ ਲੁੱਟ ਲੈਂਦੇ ਆ। ਫਿਰ ਤਾਂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਅੱਗਾ ਲਈਆ ਖੋਹੇ। ਉਹ ਸਾਰੇ ਭਾਈ ਵਾਹਿਗੁਰੂ ਇੱਕ ਸਹਰ ਕੇ ਨਾਮ ਬਿਨਾ ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾ ਅੱਗੇ ਭਾਈ ਖੋਹ ਲਏ ਜਾਂਦੇ ਆ ਸਾਰੇ ਕਰਮ। ਦਈਓ ਵਿਸਾਰ ਵਿਗੁਚਨਾ ਪ੍ਰਭ ਬਿਨ ਅਵਰ ਨਾ ਕੋਏ। ਸਤਿਗੁਰੂ ਜੀ ਫਰਮਾਨ ਕਰਦਾ ਦਈਓ ਮਨੇ ਪ੍ਰੇਰਕ ਜੋ ਸਾਡੇ ਇੰਦਰੀਆਂ ਨੂੰ ਪ੍ਰੇਰਦਾ, ਜੋ ਸਾਡੇ ਮਨ ਨੂੰ ਪ੍ਰੇਰਦਾ, ਜੋ ਸਾਡੀ ਬੁੱਧੀ ਨੂੰ ਪ੍ਰੇਰਦਾ, ਜੋ ਸਾਡਾ ਸਰੀਰ ਦਾ ਪ੍ਰੇਰਕ ਹੈ ਉਹ ਜੋ ਵਾਹਿਗੁਰੂ ਪਰਮੇਸ਼ਵਰ ਹੈ। ਦਈਓ ਵਿਸਾਰ ਵਿਗੁਚਨਾ ਐਸੇ ਪ੍ਰੇਰਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨੂੰ ਵਿਸਾਰ ਕੇ ਪਾਤਸ਼ਾਹ ਜੀ ਕਹਿੰਦੇ ਫਿਰ ਹੁੰਦਾ ਕੀ ਹੈ? ਪਾਤਸ਼ਾਹ ਜੀ ਕਹਿੰਦੇ ਖੁਆਰੀ ਹੁੰਦੀ ਹੈ। ਹੋਰ ਕੀ ਹੁੰਦਾ ਭਾਈ? ਵਿਗੁਚਣਾ ਦਾ ਅਰਥ ਹੈ ਖੁਆਰ ਹੋ ਜਾਣਾ ਭਾਈ। ਪਾਤਸ਼ਾਹ ਜੀ ਕਹਿੰਦੇ ਉਸ ਪ੍ਰੇਰਕ ਵਾਹਿਗੁਰੂ ਨੂੰ ਵਿਸਾਰ ਕੇ ਤਾਂ ਭਾਈ ਵਿਗੁਚਣਾ ਖੁਆਰੀ ਹੀ ਖੁਆਰੀ ਹੈ। ਪ੍ਰਭ ਬਿਨ ਅਵਰ ਨਾ ਕੋਏ। ਪ੍ਰਭ ਪੰਜਾਂ ਤੱਤਾਂ ਦੇ ਕਰਤੇ ਵਾਹਿਗੁਰੂ ਦਾ ਨਾਂ ਹੈ। ਪਾਤਸ਼ਾਹ ਜੀ ਕਹਿੰਦੇ ਉਸ ਵਾਹਿਗੁਰੂ ਤੋਂ ਬਿਨਾ ਅਵਰ ਨਾ ਕੋਏ। ਅਵਰ ਹੋਰ ਕੋਈ ਨਹੀਂ ਭਾਈ, ਵਾਹਿਗੁਰੂ ਤੋਂ ਬਿਨਾ ਨਹੀਂ ਕੋਈ ਹੈ। ਉਹੀ ਆ ਸਭ ਦਾ ਪ੍ਰੇਰਕ ਕਰਤਾ ਪੁਰਖ। ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ
ਨਿਰਮਲ ਸੋਏ। ਸਤਿਗੁਰੂ ਜੀ ਫਰਮਾਨ ਕਰਦੇ ਆ ਭਾਈ ਪ੍ਰੀਤਮ, ਪ੍ਰੀਤਮ ਹੁੰਦਾ ਪ੍ਰਾਣਾ ਦਾ ਪਤੀ, ਜਿਹੜਾ ਸਾਨੂੰ ਪ੍ਰਾਣ ਦਿੰਦਾ ਹੈ। ਐਸਾ ਜੋ ਪ੍ਰਾਣਾ ਦਾ ਪਤੀ ਵਾਹਿਗੁਰੂ ਪਰਮੇਸ਼ਵਰ ਹੈ, ਚਰਣੀ ਜੋ ਲੱਗੇ। ਐਸੇ ਪ੍ਰਾਣਾ ਦੇ ਪਤੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੋ ਲੱਗੇ, ਜੋ ਜਿਹੜੇ ਲੱਗੇ ਕਹੀਏ ਜੁੜੇ ਹੈ। ਆਪਾਂ ਬੈਠੇ ਆ ਭਾਈ, ਆਪਾਂ ਪ੍ਰੀਤਮ ਦੇ ਚਰਨੀ ਲੱਗੇ ਹੋਏ ਆ। ਜਿੰਨਾ ਕੁ ਟਾਈਮ ਕੋਈ ਲੱਗ ਜੇ ਉਹਨਾਂ ਕੁ ਟਾਈਮ ਭਲਾ ਹੀ ਭਲਾ ਹੈ ਸੰਗਤ ਜੀ। ਇਹ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਹੈ, ਸ਼ਬਦ ਗੁਰੂ ਦੇ ਚਰਨ ਹੈ, ਨਾਮ ਗੁਰੂ ਦੇ ਚਰਨ ਹੈ। ਇਸ ਕਰਕੇ ਜਿਹੜੇ ਇਹ ਚਰਨਾਂ ਨਾਲ ਲੱਗੇ ਆ, ਪਾਤਸ਼ਾਹ ਜੀ ਕਹਿੰਦੇ ਤਿੰਨ ਕੀ ਨਿਰਮਲ ਸੋਏ। ਉਹ ਜੁੜਿਆਂ ਦੀ, ਗੁਰੂ ਚਰਨੀ ਲੱਗਿਆਂ ਦੀ ਸੋਭਾ ਭਾਈ ਨਿਰਮਲੀ ਹੁੰਦੀ ਹੈ। ਉਹਨਾਂ ਦੀ ਸੋਭਾ ਵੀ ਮੈਲੀ ਨਹੀਂ ਹੁੰਦੀ ਸੰਗਤ ਜੀ। ਜਿਹੜਾ ਚਰਨੀ ਲੱਗ ਜਾਂਦਾ ਹੈ ਉਹਨਾਂ ਦੀ ਨਿਰਮਲ ਸੋਭਾ ਹੁੰਦੀ ਹੈ ਭਾਈ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲਹੁ ਪ੍ਰਾਪਤ ਹੋਏ। ਧੰਨ ਗੁਰੂ ਨਾਨਕ ਦੇਵ ਨਿਰੰਕਾਰ ਪਾਤਸ਼ਾਹ ਜੀ ਦੇ ਨਾਮ ਦੀ ਮੋਹਰ ਲਾ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰ ਤਾਜ, ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੀ ਦੀ ਬੇਨਤੀ। ਮਹਾਰਾਜ ਬੇਨਤੀ ਕਰਦੇ ਹੈ, ਨਾਨਕ ਕੀ ਪ੍ਰਭ ਬੇਨਤੀ। ਉਹ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਚਰਨ ਕਮਲਾਂ ਪਾਸ ਕੀ ਬੇਨਤੀ ਕਰਦੇ ਹੈ। ਬੇਨਤੀ ਸਾਨੂੰ ਭਾਈ ਕਰਨ ਦੀ ਮੱਤ ਬਖਸ਼ਦੇ ਹੈ। ਗੁਰੂ ਕੇ ਸਿੱਖੋ ਇਸ ਤਰ੍ਹਾਂ ਦੀਆਂ ਬੇਨਤੀਆਂ ਕਰੋ ਭਾਈ। ਉਹ ਵਾਹਿਗੁਰੂ ਪਰਮੇਸ਼ਵਰ ਹੀ ਹੈ, ਸਭ ਕੁਛ ਕਰਤਾ ਪੁਰਖ। ਜਿਸ ਕਰਕੇ ਇਹ ਬੇਨਤੀ ਕਰੋ, ਸਭ ਕੁਝ ਛੱਡ ਕੇ ਪ੍ਰਭ ਮਿਲਹੁ ਪ੍ਰਾਪਤ ਹੋਏ। ਹੇ ਪ੍ਰਭ ਵਾਹਿਗੁਰੂ ਸਾਨੂੰ ਪ੍ਰਾਪਤ ਹੋ ਮਿਲੋ। ਆ ਜੀਵਨ ਦੇ ਵਿੱਚ ਹੀ ਮਹਾਰਾਜ ਸਾਨੂੰ ਆਪ ਜੀ ਦੇ ਮਿਲਾਵੇ। ਮਹਾਰਾਜ ਇਹ ਕਿਰਪਾ ਕਰ ਦਿਓ। ਮਹਾਰਾਜ ਕਹਿੰਦੇ ਇਹ ਬੇਨਤੀ ਹੈ ਭਾਈ, ਇਹ ਬੇਨਤੀ ਕਰੋ ਹੇ ਵਾਹਿਗੁਰੂ ਆ ਜੀਵਨ ਦੇ ਵਿੱਚ ਸਾਨੂੰ ਆਪ ਜੀ ਦੀ ਮਲਾਪ ਦੀ ਪ੍ਰਾਪਤੀ ਹੋ ਜਾਵੇ। ਇਹ ਅਰਦਾਸ ਹੈ ਜੀ। ਵੈਸਾਖ ਸੁਹਾਵਾ ਤਾਂ ਲੱਗੈ, ਜਾਂ ਸੰਤ ਭੇਟੈ ਹਰ ਸੋਏ। ਵੈਸਾਖ ਸੁਹਾਵਾ ਤਾਂ ਲੱਗੈ। ਪਾਤਸ਼ਾਹ ਜੀ ਕਹਿੰਦੇ ਵੈਸਾਖ ਦਾ ਮਹੀਨਾ ਭਾਈ, ਇਹ ਸੁਹਾਵਾ ਤਾਂ ਲੱਗਾ, ਇਹ ਤਾਂ ਸ਼ੋਭਨੀਕ ਲੱਗਦਾ ਹੈ। ਵੈ ਉਹ ਅਕਾਲ ਪੁਰਖ ਦੀ ਸਾਖ ਗਵਾਹੀ, ਇਹ ਗਵਾਹੀ ਤਾਂ ਸ਼ੋਭਨੀਕ ਲੱਗਦੀ ਹੈ। ਅੰਮ੍ਰਿਤ ਗੁਰਬਾਣੀ ਜਾਂ ਸੰਤ ਭੇਟੈ। ਜੇ ਕੋਈ ਸੰਤ ਨੂੰ ਮਿਲੇ, ਸੰਤ ਜਿਨ੍ਹਾਂ ਸਾਸ ਗਿਰਾਸ ਨਾ ਵੀਸਰੈ। ਗੁਰਮਤਿ ਦੇ ਵਿੱਚ ਸੰਤ ਦਾ ਵਿਧਾਨ ਹੈ ਸੰਗਤ ਜੀ। ਪਾਤਸ਼ਾਹ ਜੀ ਕਹਿੰਦਾ ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਕਿਰਪਾ ਗੁਰੂ ਦੀ ਹੋਣੀ ਹੈ, ਪ੍ਰਸਾਦ ਗੁਰੂ ਨੇ ਦੇਣਾ ਹੈ, ਬਚਨ ਸੰਤ ਦਾ। ਤੇ ਸੰਤ ਕੌਣ ਹੈ ਭਾਈ? ਜਿਹਨਾਂ ਸਾਸ ਗਰਾਸ ਨਾ ਵੀਸਰੈ, ਜਿਹਦੇ ਮੁਖੋਂ ਸਾਸ ਗਰਾਸ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ, ਉਹ ਸੰਤ ਹੈ। ਕਿਸੇ ਭੇਖ ਅਡੰਬਰ ਬਣਾਉਟ ਦਾ ਨਾਮ ਸੰਤ ਨਹੀਂ ਹੈ। ਇਸ ਕਰਕੇ ਇੱਥੇ ਭਾਈ ਇੱਕ ਅਵਸਥਾ ਦਾ ਨਾਮ ਹੈ ਸੰਤ, ਜਿਹਦੇ ਮੁਖੋਂ ਵਾਹਿਗੁਰੂ ਵਾਹਿਗੁਰੂ ਆਉਂਦਾ ਹੈ। ਜਿਹੜਾ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੋੜਦਾ ਹੈ, ਜੁੜਿਆ ਹੈ, ਪਰਮੇਸ਼ਵਰ ਦਾ ਨਾਮ ਜਪਦਾ ਹੈ, ਪਾਤਸ਼ਾਹ ਜੀ ਕਹਿੰਦੇ ਐਸਾ ਸੰਤ ਹੈ। ਤੇ ਜਿਹੜਾ ਭਾਈ ਐਸੀ ਕਰਨੀ ਵਾਲਾ ਹੈ, ਪਾਤਸ਼ਾਹ ਜੀ ਕਹਿੰਦੇ ਭੇਟ ਹੈ। ਜੇ ਇਹੋ ਜਿਹਾ ਮਿਲੇ ਤਾਂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਵੈਸਾਖ ਸੁਹਾਵਾ ਲੱਗਾ। ਫਿਰ ਵੈਸਾਖ ਵੀ ਸੋਹਣਾ ਲੱਗਣ ਲੱਗ ਜਾਂਦਾ ਹੈ। ਵੈ ਉਸ ਅਕਾਲ ਪੁਰਖ ਦੀ ਗਵਾਹੀ ਅੰਮ੍ਰਿਤ ਗੁਰਬਾਣੀ ਫਿਰ ਭਾਈ ਚੰਗੀ ਲੱਗਣ ਲੱਗ ਜਾਂਦੀ ਹੈ ਕਿ ਗੁਰੂ ਦੀ ਬਾਣੀ ਨਾਲ ਜੁੜੀਏ, ਗੁਰੂ ਦੀ ਬਾਣੀ ਪੜ੍ਹੀਏ। ਉਹਦਾ ਵੈਸਾਖ ਮਹੀਨਾ ਸੁਹਾਵਾ ਹੋ ਜਾਂਦਾ ਤਾਂ ਭਾਈ ਚੰਗਾ ਲੱਗਣ ਲੱਗ ਜਾਂਦਾ। ਜਾਂ ਸੰਤ ਭੇਟਾ ਹਰ ਸੋਏ, ਜਾਂ ਜਦੋਂ ਸੋਏ ਉਹ ਅਕਾਲ ਪੁਰਖ ਹਰ ਵਾਹਿਗੁਰੂ ਪਰਮੇਸ਼ਵਰ ਦੇ ਸੰਤ ਦੇ ਨਾਲ ਭੇਟਾ ਕਹੀਏ ਭਾਈ ਮਿਲਦਾ। ਜਦੋਂ ਕੋਈ ਵਾਹਿਗੁਰੂ ਦੇ ਸੰਤ ਨਾਲ ਮਿਲਦਾ, ਸੰਤ ਨੇ ਨਾ ਆਪਣੇ ਭਾਈ ਸਰੀਰ ਨਾਲ ਜੋੜਨਾ, ਨਾ ਆਪਣੇ ਚੰਮ ਨਾਲ ਜੋੜਨਾ, ਤੇ ਨਾ ਉਹਨੇ ਭਾਈ ਇਸ ਵਾਸਤੇ ਕੋਈ ਆਪਣੀ ਹੋਂਦ ਰੱਖਣੀ ਹੈ। ਸੰਤ ਨੇ ਤਾਂ ਉਹਦੇ ਨਾਲ ਜੋੜਨਾ ਹੈ ਜਿਸ ਦੀ ਉਹਨੂੰ ਸਮਝ ਪੈ ਚੁੱਕੀ ਹੈ, ਜਿਹਦਾ ਉਹ ਨਾਮ ਭੁੱਲਣ ਨਹੀਂ ਦਿੰਦਾ। ਉਹਨੇ ਉਸ ਨਾਲ ਜੋੜਨਾ ਹੈ। ਉਸ ਨਾਲ ਜੁੜ ਕੇ ਫਿਰ ਭਾਈ ਸਭ ਦਾ ਹੀ ਭਲਾ ਹੁੰਦਾ। ਵਾਹਿਗੁਰੂ ਨਾਲ ਜੁੜ ਕੇ ਸਭ ਦਾ ਹੀ ਭਲਾ ਹੁੰਦਾ। ਤੇ ਸੰਤ ਭਾਈ ਉਹਦਾ ਨਾਮ ਜਪਦਾ ਹੈ। ਜਿਸ ਕਰਕੇ ਸੰਤ ਨਾਲ ਮਿਲ ਕੇ ਉਸ
ਵਾਹਿਗੁਰੂ ਪਰਮੇਸ਼ਰ ਦਾ ਨਾਮ ਸੁਣਿਆ ਜਪਿਆ ਜਾਂਦਾ ਹੈ। ਜਿਸ ਕਰਕੇ ਜਦੋਂ ਵਾਹਿਗੁਰੂ ਦਾ ਨਾਮ ਸੁਣਿਆ ਜਪਿਆ ਜਾਂਦਾ ਹੈ ਉਦੋਂ ਫਿਰ ਵੈਸਾਖ ਦਾ ਮਹੀਨਾ ਸੁਹਾਵਾ ਹੋ ਜਾਂਦਾ ਹੈ, ਸ਼ੋਭਨੀਕ ਹੋ ਜਾਂਦਾ ਹੈ। ਐਸੇ ਪਾਵਨ ਮਹਾਵਾਕ ਧੰਨ 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 ਸਾਹਿਬ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਹਿਬ ਸਤਿਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹੈ। ਭੁੱਲਾਂ ਗੁਰੂ ਕੀ ਸੰਗਤ ਸਤਿਗੁਰੂ ਜੀ ਬਖਸ਼ਿੰਦ ਹੈ। ਕਿਰਪਾ ਕਰਕੇ ਖਿਮਾ ਬਖਸ਼ਣੀ ਜੀ। ਸੰਗਤ ਜੀ ਬੇਨਤੀ ਹੈ ਭਾਈ, ਅੱਜ ਦੇ ਦਿਨ ਗੁਰੂ ਕਲਗੀਧਰ ਪਿਤਾ ਜੀ ਨੇ ਖੰਡੇ ਵਾਟੇ ਦਾ ਅੰਮ੍ਰਿਤ ਬਖਸ਼ਿਸ਼ ਕੀਤਾ ਹੈ ਤੇ ਇਹ ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਅੱਜ ਭਾਈ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਸਤਿਪੁਰਖਾਂ ਦੇ ਜਨਮ ਯਾਦਗਾਰ ਸਥਾਨ ਭਾਣੋ ਲੰਗਾ, ਇੱਥੇ ਭਾਈ ਅੰਮ੍ਰਿਤ ਦਾ ਵਾਟਾ ਤਿਆਰ ਹੋਵੇਗਾ। ਕਿਉਂਕਿ ਕਰੋਨਾ ਮਹਾਮਾਰੀ ਕਰਕੇ ਦੁਨੀਆ ਭੈ 'ਚ ਹੈ। ਸੰਗਤ ਜੀ ਇਹਨਾਂ ਚੇਤਾ ਰੱਖੋ, ਜਿਹੜੇ ਸ੍ਰੀ ਅਨੰਦਪੁਰ ਸਾਹਿਬ ਗਏ ਉਹ ਕੋਈ ਕਰੋਨਾ ਕਿਸੇ ਨੂੰ ਨਹੀਂ ਹੋਇਆ। ਬਾਬਾ ਬਲਦੇਵ ਸਿੰਘ ਪਠਲਾਵਾ ਚੜ੍ਹਾਈ ਕਰ ਗਿਆ ਜਿਵੇਂ ਮਰਜ਼ੀ ਕਰ ਗਿਆ, ਪਰ ਉਹਦੇ ਪੋਤਾ ਜਿਹਨੂੰ ਆਪਣੀ ਗੋਲ 'ਚ ਖੜਾਇਆ ਉਹਨੂੰ ਨਹੀਂ ਹੋਇਆ। ਇਹ ਇਹੋ ਜਿਹਾ ਵਾਇਰਸ ਮੰਨਦੇ ਆ, ਉਹਨੂੰ ਰਿਪੋਰਟ ਨੈਗੇਟਿਵ ਆ ਗਈ, ਹੋਰ ਜੀਆਂ ਦੀ ਰਿਪੋਰਟ ਨੈਗੇਟਿਵ ਆ ਗਈ। ਇਲਾਜ ਤਾਂ ਇਹਨਾਂ ਕੋਲੇ ਹੈ ਹੀ ਕਿਸੇ ਕੋਲ ਕੋਈ ਨਹੀਂ ਭਾਈ। ਤੇ ਜਿਹੜਾ ਤੰਦਰੁਸਤ ਹੋ ਜਾਂਦਾ ਉਹਨੂੰ ਕਹਿ ਦਿੰਦੇ ਆ ਵੀ ਆ ਇਹ ਨੈਗੇਟਿਵ ਹੈ ਜੀ। ਜਿਹੜਾ ਕੋਈ ਖੰਘ ਜ਼ੁਕਾਮ ਜੇ ਵਾਲਾ ਹੁੰਦਾ ਮਾੜਾ ਮੋਟਾ ਉਹਨੂੰ ਕਹਿੰਦੇ ਪੋਜ਼ਿਟਿਵ ਹੈ ਜੀ। ਤੇ ਇਲਾਜ ਦਾ ਇਹਨੂੰ ਡੱਕਾ ਪਤਾ ਨਹੀਂ ਲੱਗਿਆ ਹੋਇਆ ਤਾਂ ਸਾਰੇ ਵਿਗਿਆਨੀਆਂ ਨੂੰ, ਸਾਰੇ ਸਾਇੰਸਦਾਨਾਂ ਨੂੰ। ਠੀਕ ਹੈ ਭਾਈ, ਮਹਾਮਾਰੀ ਰੱਬ ਨੇ ਸਾਡੀ ਔਕਾਤ ਚੇਤੇ ਕਰਾਈ ਹੈ ਤੇ ਉਹਨਾਂ ਦੀ ਕਰਾਈ ਹੈ ਜਿਹੜੇ ਸਭ ਤੋਂ ਵੱਡੇ ਕਹਾਉਂਦੇ ਸੀ। ਇਸ ਵਾਸਤੇ ਸੰਗਤ ਜੀ ਇਹ ਵਿਧਾਨ ਗੁਰੂ ਨਾਨਕ ਦੇ ਦਰ ਦਾ ਤੁਰਿਆ ਆਉਂਦਾ ਹੈ। ਜਿਸ ਕਰਕੇ ਭਾਈ ਮਹਾਰਾਜ ਪਾਤਸ਼ਾਹ ਜੀ ਦੀ ਮਿਹਰ ਨਾਲ ਬੱਜਰ ਕਰੇਤਾ ਤੋਂ ਮਹਾਰਾਜ ਨੇ ਬਚਾਏ ਆ। ਤੇ ਕੱਚ ਪਿਲ ਮਾੜਾ ਮੋਟਾ ਤਾਂ ਭਾਈ ਕਲਯੁਗੀ ਹੈ, ਪਰ ਇੰਨੀ ਕੁ ਮਹਾਰਾਜ ਦੀ ਮਿਹਰ ਹੋਣ ਕਰਕੇ ਭਾਈ ਸਿੰਘਾਂ ਨੇ ਗੁਰਮਤਾ ਵਿਚਾਰਿਆ। ਪੰਜ ਪਿਆਰੇ ਸਿੰਘ ਸਾਹਿਬਾਨਾਂ ਨੂੰ ਵੀ ਬੇਨਤੀ ਕੀਤੀ ਸੀ, ਉਹ ਕਹਿੰਦੇ ਵੀ ਸੋਧ ਹੁੰਦੀ ਹੈ, ਆਪੋ ਆਪਣੀ ਸੋਧ ਮਹਾਰਾਜ ਦੇ ਸਨਮੁਖ ਹੋ ਕੇ ਬੱਜਰ ਕਰੇਤਾ ਤੋਂ ਸਿੱਖ ਬਚਿਆ ਹੋਵੇ, ਬਾਣੀ ਪੜ੍ਹਦਾ ਹੋਵੇ, ਉਹ ਭਾਈ ਇਹ ਸੇਵਾ ਦੇ ਵਿੱਚ ਹਾਜ਼ਰ ਹੋ ਜੇ। ਜਿਹੋ ਜਿਹਾ ਸਮਾਂ ਚੱਲੀ ਜਾਂਦਾ ਉਸ ਮੁਤਾਬਕ ਸੁਣਦੇ ਹੁੰਦੇ ਸੀ ਵੀ ਅੰਮ੍ਰਿਤ ਨਹੀਂ ਲੱਭਣਾ, ਦੁਨੀਆ ਤਰਸਦੀ ਫਿਰੇਗੀ। ਹੁਣ ਸਮਾਂ ਉਹ ਬਣਿਆ ਹੋਇਆ ਸੰਗਤ ਜੀ। ਬੇਅੰਤ ਰੂਹਾਂ ਨੇ ਕਿਹਾ ਬਿਮਾਰੀ ਜੀ ਠੀਕ ਹੋ ਜਾਣ ਦੇ ਉਦੋਂ ਬਾਅਦ ਅੰਮ੍ਰਿਤ ਛਕਾਂਗੇ। ਹਜੇ ਤਾਂ ਚੱਲੀ ਜਾਂਦੀ ਹੈ ਭਾਈ, ਇਹਦਾ ਕੀ ਇਤਬਾਰ ਹੈ। ਜਿਹੜੇ ਸਮਰੱਥ ਮੁਲਕ ਸੀ ਉਹ ਵਿਹਲੇ ਕਰਤੇ, ਜਿਹੜੇ ਕਿਸੇ ਹੱਦ ਤੱਕ ਭੈ ਭੀਤ ਹੋਏ ਪਏ ਆ ਉਹ ਸਾਰੇ। ਹਜ਼ਾਰ ਬੰਦਾ ਨਿੱਤੋਂ ਇਸ ਬਿਮਾਰੀ ਦੀ ਭੇਟ ਚੜ੍ਹ ਰਹੇ ਆ। ਇਹਦਾ ਭਾਈ ਰੱਬ ਜਾਣਦਾ ਕੀ ਹੋਣਾ ਹਜੇ। ਇਹਦਾ ਨਾ ਕੋਈ ਹਜੇ ਇਲਾਜ ਆਇਆ, ਨਾ ਹਜੇ ਕਿਸੇ ਨੂੰ ਭੇਜਦਾ ਵੀ ਹੈ ਕੀ ਇਹ। ਪਰ ਸੰਗਤ ਜੀ ਜਿਨ੍ਹਾਂ ਦੀ ਔਲਾਖ ਬਣੀ ਹੈ, ਜਿਨ੍ਹਾਂ ਦੀ ਔਲਾਖ ਬਣੀ ਹੈ ਭਾਈ, ਉਹਨਾਂ ਨੂੰ ਬੇਨਤੀ ਹੈ ਵੀ ਸਿਰ ਦਾ ਸੰਗਤ ਅੰਮ੍ਰਿਤ ਦਾ ਸੰਗਤ ਜੀ ਸਿਰ ਵੱਟੇ ਮਿਲਦਾ ਹੈ, ਵੀ ਪਹਿਲਾਂ ਮਰਨਾ ਕਬੂਲ ਕੇ ਮਿਲਦਾ ਹੈ। ਜੇ ਤਾਂ ਭਾਈ ਕਿਸੇ ਨੂੰ ਡਰ ਆ ਕਰੋਨਾ ਤੋਂ, ਉਹਦਾ ਜਿਵੇਂ ਮਰਜ਼ੀ ਕਰਿਓ, ਪਰ ਜਿਨ੍ਹਾਂ ਦੀ ਔਲਾਖਾ ਬਣ ਗਈ ਹੈ ਵੀ ਇਹ ਤਾਂ ਇੱਕ ਦਿਨ ਸੱਚ ਹੈ, ਆਉਣੀ ਹੀ ਆਉਣੀ ਹੈ, ਜਿੱਦੇ ਆਉਣੀ ਹੈ ਉਹਦੇ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਉਹਦੇ ਆਈ ਜਾਣੀ ਹੈ। ਇਹ ਤੋਂ ਨਹੀਂ ਕੋਈ, ਇਹਦਾ ਕੋਈ ਇਲਾਜ ਨਹੀਂ, ਸਭ ਚੀਜ਼ ਦਾ ਇਹਦਾ ਨਹੀਂ ਕੋਈ ਇਲਾਜ ਸੰਗਤ ਜੀ। ਇਹ ਆਉਣੀ ਆਉਣੀ ਹੈ, ਇਹ ਨਹੀਂ ਪਤਾ ਕਿੱਦਾਂ ਆਉਣੀ ਹੈ ਤੇ ਕਿਵੇਂ ਆਉਣੀ ਹੈ, ਇਹ ਨਹੀਂ ਪਤਾ। ਕਿਆ ਜਾਣਨਾ ਕਿ ਮਰਾਂਗੇ ਕੈਸਾ ਮਰਨਾ ਹੋਏ, ਇਹ ਨਹੀਂ ਪਤਾ। ਕਿਆ ਪ੍ਰਵਾਸਾ ਇਸ ਭਾਂਡੇ ਕਾ ਇਤਨਾ ਕ ਲਾਗਾ ਠਣਕਾ, ਇੰਨਾ ਕੀ ਬਹੁਤ ਹੈ। ਇਹਦੇ ਜਾਣ ਵਾਸਤੇ ਕੋਈ ਨਹੀਂ ਵੀ ਕਰੋਨੇ ਨਹੀਂ ਹੈ, ਇਹ ਹੋਰ ਵੀ ਬੜੇ ਤਰੀਕੇ ਆ ਸੰਗਤ ਜੀ ਇੱਥੋਂ ਜਾਣ ਦੇ। ਪਰ ਅੱਜ ਦੇ ਦਿਨ ਗੁਰੂ ਕਲਗੀਧਰ ਜੀ ਨੇ ਖੰਡੇ ਵਾਟੇ ਦਾ ਅੰਮ੍ਰਿਤ ਬਖਸ਼ਿਸ਼ ਕੀਤਾ ਹੈ। ਉਹ ਜਿਹੜੀ ਗੁਰੂ ਘਰ ਦੀ ਮਰਜ਼ਾਦਾ ਹੈ ਭਾਈ,
ਉਹ ਮਰਜ਼ਾਦਾ ਪੂਰੀ ਕਰਾਂਗੇ ਆਪਾਂ। ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਸਮਰੱਥ ਗਰੀਬ ਨਵਾਜ ਹੈ। ਕਲਾ ਮਹਾਰਾਜ ਦੀ ਵਰਤਣੀ ਹੈ, ਕਲਾ ਬਾਣੀ ਦੀ ਵਰਤਣੀ ਹੈ, ਕਲਾ ਭਾਈ ਖੰਡੇ ਬਾਟੇ ਦੀ ਵਰਤਣੀ ਹੈ। ਕਾਠ ਕੀ ਪੁੱਤਰੀ ਕਹਿ ਕਰ ਬੱਪਰੀ ਖਿਲਾਵਣ ਹਾਰੋ ਜਨ ਹੈ। ਆਪ ਸੰਗਤ ਨੂੰ ਬੇਨਤੀ ਹੈ, ਆਓ ਭਾਈ ਸਤਿਗੁਰ ਕੇ ਜਨਮੇ ਗਮਨ ਮਟਾਇਆ, ਆਪਣੀ 84 ਮਿਟ ਗਏ। ਇਹ ਮੌਕਾ ਸਾਡੇ ਹੱਥ ਹੈ, ਜੀਵਨ ਸਾਡੇ ਹੱਥ ਨਹੀਂ, ਜੀਵਨ ਸਾਡੇ ਹੱਥ ਨਹੀਂ, ਇੰਨਾ ਕੁ ਮੌਕਾ ਸਾਡੇ ਹੱਥ ਹੈ। ਜਿਸ ਕਰਕੇ ਇਹਨੂੰ ਸੰਭਾਲ ਲਈਏ, ਸਫਲ ਕਰ ਲਈਏ। ਇਹ ਬੇਨਤੀ ਗੁਰੂ ਕੀ ਸੰਗਤ ਦੇ ਚਰਨਾਂ 'ਚ ਹੈ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲੱਗੈ, ਜਾਂ ਸੰਤ ਭੇਟੈ ਹਰ ਸੋਏ। ਵਾਹਿਗੁਰੂ ਜੀ ਕਾ ਖਾਲਸਾ